ਮੇਰੀ ਇਸ ਜਰਨੀ ਦੀ ਸਟਾਰਟਅਪ ਮੇਰੇ ਦਾਦੂ ਦਾਦੀ ਨਾਲ ਹੀ ਹੋਈ ਹੈ, ਬਟ ਇਨ ਅ ਮਾਰਨਿੰਗ ਟਾਈਮ, ਅੰਮ੍ਰਿਤ ਵੇਲੇ ਦੇ ਟਾਈਮ, ਐਟ 3 AM 4 AM 5 AM। ਉਹਨਾਂ ਦੋਨਾਂ ਨੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਉਸ ਟਾਈਮ। ਨਿੱਕੀ ਜਿਹੀ ਸੀ ਮੈਂ ਬਹੁਤ। ਉਹਨਾਂ ਨੇ ਉਦੋਂ ਤੋਂ ਹੀ ਮੈਨੂੰ ਉਠਾਉਣਾ शुरू करता सी। खुद को दूसरों में देखकर मैं को पाना बहुत ही मुश्किल काम है, लेकिन जीना इसी का नाम है। ਆਏ ਉਧਰ ਹੱਥ ਖੜੇ ਹੋ ਗਏ ਕੈਮਰਾਮੈਨ ਸਾਹਿਬ ਦੇ। Cheating! This is the thing. This is life. ਜਦ ਤੁਸੀਂ ਆਪਣੇ ਆਪ ਨੂੰ ਕਿਸੇ ਹੋਰ ਅੰਦਰ ਦੇਖਣਾ ਸ਼ੁਰੂ ਕਰ ਦੋਗੇ, ਦੈਟ ਮੀਨਸ ਤੁਹਾਡੀ એનર્ਜੀ ਮੈਚ ਹੋ ਗਈ ਹੈ। ਇਹ ਵਰਡ ਕਿੱਥੋਂ ਪਿਕ ਕੀਤਾ ਸੀ? ਗੁੱਡੀ ਗੁੱਡੀ ਇਹ ਮੇਰਾ ਆਪਣਾ ਤਕੀਆ ਕਲਾਮ ਆ। ਮੇਰੇ ਬਹੁਤ ਸਾਰੇ ਤਕੀਆ ਕਲਾਮ ਲਾਈਕ ਇਹ ਮਤਲਬ ਤੁਸੀਂ ਪਿਕ ਕੀਤਾ, ਹੋਰ ਵੀ ਬਹੁਤ ਸਾਰੇ ਜਣੇ ਨੇ ਸੈੱਟ ਤੇ ਵੀ ਸਾਰਿਆਂ ਨੇ ਮੇਰਾ ਨਾਮ ਗੁੱਡੀ ਗੁੱਡੀ ਰੱਖਿਆ ਹੋਇਆ। ਹਾਂ ਜੀ ਗੁੱਡੀ ਗੁੱਡੀ, ਯੈਸ ਹਾਊ ਆਰ ਯੂ, ਮੈਂ ਕਿ ਗੁੱਡੀ ਗੁੱਡੀ ਹਾਊ ਆਰ ਯੂ, ਯੈਸਮੀਨ ਤੂੰ ਗੁੱਡੀ ਗੁੱਡੀ ਤਾਂ ਅਸੀਂ ਵੀ ਗੁੱਡੀ ਗੁੱਡੀ, ਸਮਥਿੰਗ ਲਾਈਕ ਦੈਟ। ਕਿ ਮੈਂ ਬਾਹਰ ਪਿਆਰ ਲੱਭਣ ਲੱਗ ਪਈ ਸੀ ਤਾਂ ਕਿ ਆਡੀਅנס ਨੂੰ ਕਲੀਅਰ ਲੱਗੇ ਕਿ ਇਹ ਸੈਂਟੈਂਸ ਦਾ ਮਤਲਬ ਕੀ ਹੈ। In terms of friendship as well, in terms of relationship as well, right? I'm very clear about all these things because ਸਾਰਿਆਂ ਦੇ ਹੁੰਦੇ ਨੇ, right? ਤੇ ਉਸ ਟਾਈਮ ਇੱਦਾਂ ਹੋ ਰਿਹਾ ਸੀ। ਫਿਰ ਆਫ ਕੋਰਸ ਫਿਰ ਕਨਫਿਊਜ਼ਨਸ ਹੋਰ ਕ੍ਰੀਏਟ ਹੋਣਾ, ਮਤਲਬ ਕਾਈਂਡ ਆਫ ਆਪਣੀ ਫੈਮਿਲੀ ਨੂੰ ਜਿਹੜੀ ਚੀਜ਼ ਮੈਂ ਡਿਸਕਸ ਕਰਨੀ ਜ਼ਿਆਦਾ ਨਹੀਂ ਮਤਲਬ ਹੁੰਦੇ ਨੇ ਕੁਝ ਗੱਲਾਂ ਇੱਦਾਂ ਹੁੰਦੀ ਹੈ ਕਿ ਵੇ ਆਊਟ ਉਹੀ ਕੱਢ ਸਕਦੇ ਨੇ, ਉਹ ਮੈਂ ਉਹਨਾਂ ਨਾਲ ਡਿਸਕਸ ਨਹੀਂ ਕਰ ਰਹੀ, ਉਹ ਮੈਂ ਕਿਤੇ ਹੋਰ ਕਰ ਰਹੀ ਹਾਂ। ਰਹੀ ਗੱਲ ਕਵਰ ਦੀ, ਮੈਂ ਕਿਹਾ ਜਿਹੜੀ ਚੀਜ਼ ਮੈਨੂੰ ਪਸੰਦ ਹੋਗੀ ਮੈਂ ਉਹੀ ਲਾਵਾਂਗੀ ਨਾ। ਕੀ ਹੈਗੀ ਹੈ ਦੂਜਿਆਂ ਨੂੰ ਦਿਖਾਉਣ ਵਾਸਤੇ ਨਹੀਂ ਮੈਂ ਕਵਰ ਲਾਉਂਦੀ, ਮੈਂ ਆਪਣੇ ਆਪ ਨੂੰ ਗੁੱਡੀ ਗੁੱਡੀ ਫੀਲ ਕਰਾਉਣ ਵਾਸਤੇ ਇਹ ਕਵਰ ਰੱਖਿਆ ਹੋਇਆ। ਸੋ ਬੇਸਿਕਲੀ ਤੁਹਾਨੂੰ ਦੇਖ ਕੇ ਕੀ ਲੱਗ ਰਿਹਾ, ਵਾਟ ਇਜ਼ ਦਿਸ? ਮੈਂ ਫਿਰ ਇੱਦਾਂ ਕਰ ਰਹੀ ਹਾਂ ਜਿਵੇਂ ਮੈਂ ਇੰਟਰਵਿਊ। ਰਮਨ ਸੰਧੂ ਨੇ ਬਹੁਤ ਖੂਬ ਲਿਖਿਆ ਕਿ ਜਿਨ੍ਹਾਂ ਨੇ ਰਾਹ ਵਿਖਾਉਣਾ ਸੀ ਕੁਰਾਹੇ ਪਾ ਗਏ ਮੈਨੂੰ, ਮੈਂ ਮੰਨਦਾ ਰਿਹਾ ਮੇਰੇ ਰਹਿਬਰ ਗੁੰਮਰਾਹ ਕਰ ਗਏ ਮੈਨੂੰ। ਅੰਮ੍ਰਿਤਾ ਪ੍ਰੀਤਮ ਨੇ ਬਹੁਤ ਸੋਹਣੀ ਅਤੇ ਖੂਬਸੂਰਤ ਗੱਲ ਕਹੀ ਹੈ ਕਿ ਮਰਦ ਨੇ ਔਰਤ ਦੇ ਨਾਲ ਸੋਹਣਾ ਸਿੱਖਿਆ, ਜਾਗਣਾ ਨਹੀਂ ਸਿੱਖਿਆ। ਅੱਜ ਜਾਗਣ ਦੀ ਕੋਸ਼ਿਸ਼ ਕਰਾਂਗੇ। ਯੈਸਮੀਨ ਮੇਰੇ ਨਾਲ ਹੈ ਔਰ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਨਾਮ ਚੰਗੀ ਤਰ੍ਹਾਂ ਲਵਾਂ, ਕਿਉਂਕਿ ਯੈਸਮੀਨ ਨੂੰ ਜ਼ਿਆਦਾਤਰ ਲੋਕ ਜਸਮੀਨ, ਉਹ ਜਸਮੀਨ ਇੱਦਾਂ ਕਰਕੇ ਬੁਲਾਉਂਦੇ ਆ। ਯੈਸਮੀਨ ਬਹੁਤ ਬਹੁਤ ਧੰਨਵਾਦ ਐਡਰੈਸਡ ਦੇ ਨਾਲ ਤੁਸੀਂ ਸਾਡੇ ਨਾਲ ਗੱਲ ਕਰਨ ਦਾ ਸਮਾਂ ਕੱਢਿਆ, ਨਹੀਂ ਤਾਂ ਬੜੀ ਬਿਜ਼ੀ ਸ਼ੈਡਿਊਲ ਰਹਿੰਦੀ ਹੈ ਤੁਹਾਡੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ। ਕਿੱਥੋਂ ਸ਼ੁਰੂਆਤ ਕਰੀਏ? ਦੇਰ ਇਜ਼ ਸੋ ਮਚ ਟੂ ਐਕਸਪਲੋਰ, ਕਿਉਂਕਿ ਕੈਮਰਾ ਰੋਲ ਹੋਣ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਗੱਲਾਂ ਹੋਈਆਂ, ਕਿੱਥੋਂ ਸ਼ੁਰੂ ਕਰਾਂ? ਚਲੋ ਇੱਥੋਂ ਸ਼ੁਰੂ ਕਰਦੇ ਹਾਂ। ਫਿਲਮ ਆ ਰਹੀ ਹੈ ਤੁਹਾਡੀ ਵਾਈਟ ਪੰਜਾਬ, ਔਰ ਜਿਸ ਧੜੱਲੇ ਦੇ ਨਾਲ ਤੁਸੀਂ ਉਹ ਕਿਰਦਾਰ ਨੂੰ ਨਿਭਾਇਆ ਉਹਦੇ 'ਚ, ਔਰ ਜਿਸ ਵੋਕਲ ਦੇ ਨਾਲ ਤੁਸੀਂ ਨਾਰਾ ਲਗਾ ਕੇ ਗੱਲ ਕਰਦੇ ਹੋ, ਔਰ ਜਦੋਂ ਮੈਂ ਤੁਹਾਡੇ ਆਮੋ ਸਾਹਮਣੇ ਬਹਿ ਕੇ ਗੱਲ ਕਰਦਾ ਵਾਂ, ਬੜਾ ਜ਼ਮੀਨ ਅਤੇ ਆਸਮਾਨ ਜਿੱਡਾ ਫਰਕ ਹੈ। ਅਤੇ ਕੀ ਹੈ ਉਹਦੇ 'ਚ ਉਹ ਯੈਸਮੀਨ ਜੋ ਕਰੈਕਟਰ 'ਚ ਹੈ ਅਤੇ ਉਹ ਯੈਸਮੀਨ ਜਿਹੜੀ ਹੁਣ ਸਾਹਮਣੇ ਬੈਠੀ ਹੈ, ਇਹਨਾਂ ਦੋਵਾਂ ਦੇ ਵਿੱਚ ਜੇ ਡਿਸਟਿੰਗੁਇਸ਼ ਕਰਕੇ ਫ਼ਰਕ ਦੱਸਣਾ ਹੋਵੇ ਤਾਂ ਕਿਵੇਂ ਦੱਸੋਗੇ? ਆਪਕੋ ਡਿਫਰੈਂਸ ਦਿਖਾ ਉਸਮੇਂ? ਹਾਂ, ਮੈਨੂੰ ਨਜ਼ਰ ਆਇਆ ਹੈ ਨਾ। ਅਤੇ ਇੱਕ ਐਕਟਰ ਲਈ ਸਭ ਤੋਂ ਵੱਡੀ ਗੱਲ ਇਹੀ ਹੁੰਦੀ ਹੈ ਕਿ ਉਹਨੂੰ ਜਾਂ ਫਿਰ ਆਡੀਅנס ਨੂੰ ਕਰੈਕਟਰ ਦੀ ਜਗ੍ਹਾ ਉਹ ਜਿਹੜਾ ਰੀਅਲ ਪਰਸਨ ਹੈ ਉਹ ਨਾ ਦਿਸੇ। ਹਾਂ, ਰਾਈਟ। ਅਤੇ ਯੈਸ, ਜਿਹੜਾ ਅਨੁਪ੍ਰੀਤ ਦਾ ਕਰੈਕਟਰ ਹੈ ਜਾਂ ਯੈਸਮੀਨ ਹੈ, ਦੋਨੋਂ ਅੱਡ ਅੱਡ ਨੇ। ਯੈਸਮੀਨ ਇਜ਼ ਕੁਆਇਟ ਸਵੀਟ, ਜੋਲੀ, ਬਬਲੀ, ਹੈ ਨਾ। ਜਿਹੜੀ ਅਨੁਪ੍ਰੀਤ ਹੈਗੀ ਉਹ ਸ਼ੀ ਇਜ਼ ਵੈਰੀ ਧਾਕੜ, ਰਾਈਟ, ਵੈਰੀ ਬੋਲਡ, ਐਂਡ ਸ਼ੀ ਇਜ਼ ਲਾਈਕ ਜੇ ਉਹਨੂੰ ਕੋਈ ਪੁੱਛ ਰਿਹਾ ਆ ਗਏ ਅਨੁਪ੍ਰੀਤ ਦੇ ਕਰੈਕਟਰ 'ਚ ਆ ਗਏ ਨਾਲ, ਸਮਝ ਰਹੇ ਹੋ, ਇੱਦਾਂ ਹੀ ਇੱਕਦਮ ਹੋ ਜਾਂਦਾ। ਕਿੱਦਾਂ ਮਤਲਬ ਕਰਕੇ? ਪ੍ਰੈਕਟਿਸ ਕਹਿ ਸਕਦੇ ਹੋ ਜਾਂ ਨਹੀਂ, ਇਫ ਆਈ ਨੀਡ ਟੂ ਟਾਕ ਟੂ ਅਨੁਪ੍ਰੀਤ ਰਾਈਟ ਨਾਓ, ਕਿੱਦਾਂ ਕਰਾਂ ਮੈਂ? ਮਤਲਬ ਕਿ ਅਨੁਪ੍ਰੀਤ ਦਾ ਜਵਾਬ ਕੀ ਹੋਏਗਾ? ਕਿਸ ਉਹ ਇੱਦਾਂ ਕਹੂਗੀ, ਜੀ ਸਰ ਜੀ ਤੁਸੀਂ ਕੁਝ ਕਹਿ ਰਹੇ ਸੀ? ਹਾਂ, ਮੈਂ ਪੁੱਛ ਰਿਹਾ ਸੀ ਤੁਹਾਡੇ ਕੋਲੋਂ ਕਿ ਤੁਹਾਡੇ 'ਚ ਇੰਨਾ ਫ਼ਰਕ ਕਿਵੇਂ ਆ? ਸਰ ਜੀ ਦੇਖੋ, ਫ਼ਰਕ ਤਾਂ ਹੈਗਾ, ਤੁਹਾਨੂੰ ਮੇਰੀ ਬਾਡੀ ਲੈਂਗੁਏਜ ਤੋਂ ਹੀ ਪਤਾ ਲੱਗਿਆ ਹੋਣਾ ਪਹਿਲਾਂ ਤਾਂ, ਹੈ ਨਾ।
ਅਤੇ ਜਿਹੜੀ ਅਨੁਪ੍ਰੀਤ ਹੈਗੀ ਸ਼ੀ ਇਜ਼ ਵੈਰੀ ਸੈਂਸੀਬਲ ਜੇ ਉਹ ਤੁਹਾਡੇ ਨਾਲ ਗੱਲ ਵੀ ਕਰੇਗੀ ਉਹ ਬਹੁਤ ਹੀ ਸੋਚ ਕੇ ਗੱਲ ਕਰੇਗੀ, 2 ਵਾਰੀ ਸੋਚੂਗੀ ਕਿ ਇਹ ਜਿਹੜੀ ਗੱਲ ਮੈਂ ਬੋਲ ਰਹੀ ਹਾਂ ਇਹ ਇੰਝ ਨਾ ਹੋਵੇ ਕਿ ਇਹਦਾ ਮਤਲਬ ਕੁਝ ਹੋਰ ਨਿਕਲ ਜਾਏ। ਨਾਰੇ ਕਿਉਂ ਲਗਾਉਂਦੀ ਜਾਂਦੀ ਅਨੁਪ੍ਰੀਤ? ਨਾਰੇ ਆਪਣੀ ਗੱਲ ਨੂੰ ਰੱਖਣ ਲਈ, ਦੂਜਿਆਂ ਦੀ ਕਹਿ ਲਓ ਕਿ ਗੱਲ ਨੂੰ ਰੱਖਣ ਲਈ। ਪੋਲੀਟੀਕਲ ਕਰੈਕਟ ਰਹਿਣਾ ਚਾਹੁੰਦੀ ਅਨੁਪ੍ਰੀਤ? ਯੈਸ। ਚਲੋ ਵਾਪਸ ਅੱਛਾ ਠੀਕ ਹੈ, ਵਾਪਸ ਆ ਜਾਂਦੇ ਹਾਂ। ਠੀਕ ਹੈ, ਹਮ ਬੈਕ ਟੂ ਬੇਸਿਕਸ। ਮੈਂ ਤੁਹਾਨੂੰ ਵੀ ਪੁੱਛਣ ਲੱਗੀ ਸੀ ਜਦ ਤੁਸੀਂ ਸਟਾਰਟ ਕੀਤਾ ਨਾ, ਇੱਕਦਮ ਤੁਹਾਡੀ ਆਵਾਜ਼ ਇੰਝ ਹੋ ਗਈ, ਲੋ ਜੀ ਅਸੀਂ ਅੱਜ ਗੱਲ ਕਰਦੇ। ਮੈਂ ਕਿਹਾ ਇੱਕ ਮਿੰਟ, ਥੋੜੀ ਦੇਰ ਹੀ ਵਾਸ ਲਾਈਕ ਹਾਂਜੀ ਅੱਛਾ ਹੋਰ ਦੱਸੋ, ਅੱਛਾ ਠੀਕ ਹੈ। ਮੈਂ ਕਿਹਾ ਠੀਕ ਹੈ ਯਾਰ, ਇੰਝ ਜੇ ਗੱਲ ਕਰਨੀ ਹੈ ਫਿਰ ਠੀਕ ਹੈ। ਤੁਹਾਨੂੰ ਵੀ ਸ਼ੌਂਕ ਸੀਗਾ ਰੇਡੀਓ 'ਚ ਜਾਣ ਦਾ? ਹਾਂ ਮੈਨੂੰ ਸੀਗਾ, ਬਟ ਇੱਥੇ ਅਸੀਂ ਜੇ ਨਾਰਮਲ ਹੋ ਕੇ ਗੱਲ ਕਰਾਂਗੇ ਤਾਂ ਫਿਰ ਹੋਰ ਵਧੀਆ ਰਹੂਗਾ। ਕਿੱਦਾਂ ਦਾ ਰਿਹਾ ਐਕਸਪੀਰੀਅੰਸ ਹਾਲੇ ਕਿਰਦਾਰ ਦੇ ਵਿੱਚ ਅਨੁਪ੍ਰੀਤ ਦੇ? ਮੈਨੂੰ ਬਹੁਤ ਵਧੀਆ ਲੱਗਿਆ। ਮਜ਼ਾ ਆਇਆ? ਮਜ਼ਾ ਮੈਨੂੰ ਬਹੁਤ ਜ਼ਿਆਦਾ ਆਇਆ ਕਿਉਂਕਿ ਟੀਮ ਬਹੁਤ ਵਧੀਆ। ਰਾਈਟ, ਮੈਨੂੰ ਬਿਕਾਜ਼ ਮੈਕਸੀਮਮ ਇਸ ਟੀਮ 'ਚ ਥੀਏਟਰ ਆਰਟਿਸਟ ਸੀਗੇ। ਕੋਈ ਵੀ ਮਕੈਨੀਕਲ ਨਹੀਂ ਸੀਗਾ ਉੱਥੇ। ਐਵਰੀਵਨ ਵਾਜ਼ ਯੂਜ਼ਿੰਗ ਦੇਅਰ ਮਾਈਂਡ ਐਂਡ ਇੰਪਰੋਵਾਈਜ਼ੇਸ਼ਨ ਦੇ ਵੱਲ ਵੀ ਉਹਨਾਂ ਦਾ ਇੰਨਾ ਧਿਆਨ ਸੀਗਾ। ਹਰ ਇੱਕ ਚੀਜ਼ ਨੂੰ ਕਿੱਦਾਂ ਕ੍ਰੀਏਟੀਵਿਟੀ ਨਾਲ ਹੋਰ ਸ਼ੋਅ ਕਰ ਸਕਦੇ ਹਾਂ। ਅਤੇ ਸਿਰਫ ਆਪਣੀ ਪਰਫੋਰਮੈਂਸ ਵੱਲ ਨਹੀਂ ਧਿਆਨ ਦੇ ਰਹੇ ਸੀ, ਉਹ ਦੂਜੇ ਦੀ ਪਰਫੋਰਮੈਂਸ ਵੱਲ ਵੀ ਧਿਆਨ ਦੇ ਰਹੇ ਸੀ ਕਿ ਯਾਰ ਇੱਕ ਕੰਮ ਕਰੇ ਭਾਅ ਜੀ, ਜਿਹੜਾ ਤੁਸੀਂ ਕਰ ਰਹੇ ਹੋ ਨਾ ਇਹਨੂੰ ਇੱਕ ਵਾਰੀ ਇੱਦਾਂ ਕਰਕੇ ਦੇਖਿਓ, ਅਸੀਂ ਇੱਦਾਂ ਕਰਕੇ ਦੇਖਦੇ ਹਾਂ, ਬਹੁਤ ਵਧੀਆ ਲੱਗੂਗਾ। ਉਹ ਚੀਜ਼ ਮੈਨੂੰ ਬਹੁਤ ਗੁੱਡੀ ਫੀਲ ਹੋਈ ਕਿ ਵਾਓ ਯਾਰ, ਲਾਈਕ ਦੈਟਸ ਅ ਵੈਰੀ ਗੁੱਡ ਥਿੰਗ। ਇਹ ਹਰ ਥਾਂ 'ਤੇ ਨਹੀਂ ਮਿਲਦੀ। ਇਹ ਵਰਡ ਕਿੱਥੋਂ ਪਿਕ ਕੀਤਾ ਸੀ ਗੁੱਡੀ? ਇਹ ਮੇਰਾ ਆਪਣਾ ਤਕੀਆ ਕਲਾਮ ਆ। ਮੇਰੇ ਬਹੁਤ ਸਾਰੇ ਤਕੀਆ ਕਲਾਮ ਲਾਈਕ ਇਹ ਮਤਲਬ ਤੁਸੀਂ ਪਿਕ ਕੀਤਾ, ਹੋਰ ਵੀ ਬਹੁਤ ਸਾਰੇ ਜਣੇ ਨੇ ਸੈੱਟ 'ਤੇ ਵੀ ਸਾਰਿਆਂ ਨੇ ਮੇਰਾ ਨਾਮ ਗੁੱਡੀ ਰੱਖਿਆ ਹੋਇਆ। ਹੈਗੀ ਗੁੱਡੀ ਯੈਸ, ਹਾਊ ਆਰ ਯੂ? ਮੈਂ ਕਿਹਾ ਗੁੱਡੀ ਹਾਊ ਆਰ ਯੂ? ਯੈਸਮੀਨ ਤੂੰ ਗੁੱਡੀ ਤਾਂ ਅਸੀਂ ਵੀ ਗੁੱਡੀ ਸਮਥਿੰਗ ਲਾਈਕ ਦੈਟ। ਅੱਛਾ, ਅਤੇ ਇਸ ਕਰਕੇ ਮਤਲਬ ਮੈਨੂੰ ਬਹੁਤ ਜ਼ਿਆਦਾ ਗੁੱਡੀ ਲੱਗਿਆ। ਸਹੀ ਹੈ। ਐਂਡ ਇੱਕ ਹੋਰ ਗੱਲ ਸੀ, ਜਿਹੜੇ ਸਾਡੇ ਡਾਇਰੈਕਟਰ ਸਰ ਨੇ ਗੱਬਰ ਸੰਗਰੂਰ ਸਰ ਜੀ, ਉਹਨਾਂ ਨੇ ਆਰਟਿਸਟ ਨੂੰ ਬਾਉਂਡ ਨਹੀਂ ਕੀਤਾ ਬਿਲਕੁਲ ਵੀ। ਹੀ ਵਾਜ਼ ਲਾਈਕ ਜਿਹੜੀ ਚੀਜ਼ ਤੁਹਾਡੇ ਮਾਈਂਡ 'ਚ ਆ ਰਹੀ ਹੈ ਸੀਨ ਨੂੰ ਦੇਖ ਕੇ, ਤੁਸੀਂ ਇੱਕ ਵਾਰੀ ਕਰੋ, ਕਰਕੇ ਦਿਖਾਓ, ਮੈਂ ਨਹੀਂ ਰੋਕ ਰਿਹਾ ਤੁਹਾਨੂੰ। ਵਾਟ ਯੂ ਆਰ ਫੀਲਿੰਗ, ਤੁਹਾਨੂੰ ਕੀ ਫੀਲ ਹੋ ਰਿਹਾ, ਇੱਕ ਵਾਰੀ ਕਰਕੇ ਦਿਖਾਇਓ। ਅਸੀਂ ਕਰਕੇ ਦਿਖਾਉਂਦੇ ਸੀ, ਕਈ ਵਾਰੀ ਇੱਕਦਮ ਓਕੇ ਹੋ ਜਾਂਦਾ ਸੀ, ਕਈ ਵਾਰੀ ਉਹਨਾਂ ਨੂੰ ਜੇ ਲੱਗਦਾ ਸੀ ਕਿ ਹਾਂ ਪਰਸਪੈਕਟਿਵ ਤਾਂ ਥੋੜ੍ਹਾ ਜਿਹਾ ਡਿਫਰੈਂਟ ਆ, ਹਲਕਾ ਜਿਹਾ ਦੱਸਦੇ ਸੀ, ਫਿਰ ਉਹਨੂੰ ਮੈਚ ਕਰਨ ਦੀ ਕੋਸ਼ਿਸ਼ ਕਰਦੇ ਸੀ। ਉਹ ਇੱਦਾਂ ਨਹੀਂ ਕਹਿੰਦੇ ਸੀ ਕਿ ਨਹੀਂ ਇੰਝ ਨਹੀਂ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ। ਉਹ ਆਰਟਿਸਟ ਨੂੰ ਮੌਕਾ ਦਿੰਦੇ ਸੀ ਕਿ ਤੁਸੀਂ ਆਪਣੀ ਇੱਥੇ ਕੈਪੇਬਿਲਿਟੀ ਸ਼ੋਅ ਕਰੋ। ਯਾਸਮੀਨ, ਮੈਂ ਨਾ ਪਿਛਲੇ ਦਿਨ ਇੱਕ ਨਾਵਲ ਪੜ੍ਹ ਰਿਹਾ ਸੀਗਾ, ਉਹਦੇ 'ਚ ਬੜੀ ਇੱਕ ਨਾ ਸੰਜੀਦਗੀ ਦੇ ਨਾਲ ਲਾਈਨ ਲਿਖੀ ਹੋਈ ਸੀਗੀ, ਕਿਉਂਕਿ ਉਹ ਜਿਹੜਾ ਬੰਦਾ ਸੀਗਾ ਹੀ ਵਾਜ਼ ਐਨ ਆਰਟਿਸਟ, ਔਰ ਉਹ ਬਾਹਰ ਜਦੋਂ ਕੰਮ ਕਰਦਾ ਹੈਗਾ ਉਹ ਜਾ ਕੇ ਆਪਣੇ ਜਰਨਲ ਦੇ ਵਿੱਚ ਲਿਖਦਾ ਹੈਗਾ ਕਿ ਮੈਂ ਇਕੱਲਾ ਨਹੀਂ ਆਉਂਦਾ ਪਿਆ ਅੱਜ ਕੱਲ੍ਹ, ਮੇਰੇ ਨਾਲ ਬਾਹਰ ਵਾਲੀ ਭੀੜ ਵੀ ਮੇਰੇ ਕਮਰੇ ਤੱਕ ਆ ਜਾਂਦੀ ਹੈ। ਉਹ ਖਿਆਲ, ਉਹ ਥਾਟਸ, ਹਾਂਜੀ, ਹਾਊ ਡਿਫੀਕਲਟ ਇਟ ਇਜ਼ ਕਿ ਆਪਣੀਆਂ ਚੀਜ਼ਾਂ ਨੂੰ ਬਾਹਰ ਛੱਡ ਕੇ ਆਉਣਾ, ਔਰ ਘਰੇ ਜਦੋਂ ਆਉਣਾ ਹੈਗਾ ਅਤੇ ਉਹ ਯਾਸਮੀਨ ਘਰਦਿਆਂ ਲਈ ਉਹੀ ਯਾਸਮੀਨ ਹੈ ਜਿਨ੍ਹਾਂ ਨੂੰ ਉਹ ਛੋਟੇ ਹੁੰਦਿਆਂ ਤੋਂ ਦੇਖਦੇ ਪਏ ਆ। ਸੀ ਐਕਟਰ ਸ਼ੁੱਡ ਨੋ ਕਿ ਤੁਸੀਂ ਠੀਕ ਹੋ? ਨਹੀਂ, ਯੂ ਕੈਨ ਟੇਕ ਯੋਰ ਟਾਈਮ। ਅੱਛੀ ਤਰ੍ਹਾਂ ਕਰ ਲਓ, ਅੱਛੀ ਤਰ੍ਹਾਂ। ਪਾਣੀ ਮੰਗਾਈਏ, ਚਾਹ ਮੰਗਾਈਏ, ਪਲੀਜ਼ ਵਧੀਆ ਤਰੀਕੇ ਨਾਲ ਕਰ ਲਓ। ਕਿੱਥੇ? ਅੱਛਾ ਤੁਸੀਂ ਠੀਕ ਹੋ ਕੇ ਆ ਜਾਓ, ਕੋਈ ਨਹੀਂ। ਇਹ ਕੱਟਣਾ ਨਾ ਯਾਰ, ਐਡੀਟਰ ਸਾਹਿਬ, ਵੀ ਕੱਟਣਾ ਨਾ, ਇਹ ਯਾਸਮੀਨ ਹੈ, ਦਿਖਾਣਾ ਹੈ। ਚਲੋ ਚਾਹ ਪੀ ਲਿਓ। ਚਲੋ ਓਕੇ, ਤੁਸੀਂ ਪੁੱਛ ਰਹੇ ਸੀ ਕਿ ਉਹ ਚੀਜ਼ ਨੂੰ ਬਾਹਰ ਰੱਖਣਾ, ਮਤਲਬ ਕਰੈਕਟਰ ਨੂੰ, ਉਹ ਚੀਜ਼ ਨੂੰ ਬਾਹਰ ਰੱਖਣਾ ਕਿੰਨਾ ਕੁ ਈਜ਼ੀ ਹੈ ਅਤੇ ਡਿਫੀਕਲਟ ਹੈ। ਮਤਲਬ ਜਦ ਅਸੀਂ ਘਰ ਆਉਂਦੇ ਹਾਂ ਅਤੇ ਦੁਬਾਰਾ ਉਸੇ ਐਨਰਜੀ 'ਚ ਮੈਨੂੰ ਇੰਝ ਫੀਲ ਹੁੰਦਾ ਕਿ ਦਿਸ ਇਜ਼ ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ, because actor should know the camera on and off technique. Right? Actor should know character ਵੱਲ ਜਾਣਾ, but ਉਸ character ਨੂੰ actor ਵੱਲ ਨਾ ਜਾਣ ਦਿਓ।
ਜਿਹੜੀ ਇਹ ਚੀਜ਼ ਫੜ ਲਈ ਦੈਨ ਯੂ ਵਿਲ ਬੀ ਲਾਈਕ ਤੁਸੀਂ ਸਟੇਬਲ ਹੋ। ਕਈ ਵਾਰੀ ਐਵੇਂ ਤਾਂ ਸੁਣਨ ਨੂੰ ਮਿਲਦਾ ਹੈਗਾ ਨਾ ਕਿ ਫਲਾਣੇ ਐਕਟਰ ਨੇ ਇੱਕ ਫਿਲਮ ਕੀਤੀ ਹਾਂਜੀ ਔਰ ਬਾਅਦ ਦੇ ਵਿੱਚ ਜਦੋਂ ਫਿਲਮ ਕੰਪਲੀਟ ਹੋ ਗਈ ਉਹਨੂੰ 6 ਮਹੀਨੇ ਲੱਗੇ ਉਸ ਚੀਜ਼ ਤੋਂ ਡਿਟੈਚ ਹੋਣ ਦੇ ਵਿੱਚ ਕਿ ਵੀ ਉਹ ਪਿਲਸ ਲੈ ਰਿਹਾ, ਉਹ ਮੈਡੀਕੇਸ਼ਨ ਲੈ ਰਿਹਾ, ਇੱਦਾਂ ਹੁੰਦਾ? ਦੇਖੋ ਪ੍ਰੈਕਟਿਸ 'ਤੇ ਡਿਪੈਂਡ ਕਰਦਾ ਅਤੇ ਤੁਸੀਂ ਕਿਸ ਤਰੀਕੇ ਦੀ ਪ੍ਰੈਕਟਿਸ ਕਰ ਰਹੇ ਹੋ, ਕਿਸ ਤਰੀਕੇ ਦਾ ਮੈਥਡ ਅਪਣਾ ਰਹੇ ਹੋ, ਦੈਟ ਇਜ਼ ਇੰਪੋਰਟੈਂਟ, ਦੈਟ ਇਜ਼ ਅ ਥਿੰਗ, ਦੈਟ ਇਜ਼ ਅ ਕੀ ਆਈ ਵੁੱਡ ਸੇ। ਅਤੇ ਇੰਨਾ ਵੀ ਮਤਲਬ ਇੰਡਲਜ ਨਾ ਹੋ ਕਿ ਤੁਹਾਨੂੰ ਵਾਪਿਸ ਆਉਣ 'ਚ ਦਿੱਕਤ ਹੋ ਜਾਏ। ਠੀਕ ਹੈ, ਪਰਫੋਰਮੈਂਸ ਵੱਲ ਧਿਆਨ ਦਿਓ ਬਟ ਯੂ ਸ਼ੁੱਡ ਨੋ ਦੈਟ ਪ੍ਰੈਜ਼ੈਂਸ ਕੀ ਹੈ, ਪ੍ਰੈਜ਼ੈਂਟ ਟਾਈਮ ਕੀ ਚੱਲਦਾ ਪਿਆ ਜਾਂ ਫਿਰ ਵਟ ਇਜ਼ ਅਰਾਊਂਡ ਯੂ, ਉਹਨੂੰ ਨਾ ਭੁੱਲੋ, ਆਪਣਾ ਵਜੂਦ ਨਾ ਭੁੱਲੋ। ਇਨ ਸ਼ਾਰਟ, ਤੁਹਾਡੇ ਘਰ ਦੇ ਵਿੱਚ ਇੱਕ ਕਿਤਾਬ ਸੀ ਜਿਹਨੂੰ ਕੋਈ ਪੜ੍ਹਦਾ ਨਹੀਂ ਸੀ ਜਾਂ ਜਿਹਦੇ ਕਿਸੇ ਦੇ ਹੱਥ ਨਹੀਂ ਲੱਗੀ ਸੀ, ਉਹ ਯੈਸਮੀਨ ਦੇ ਹੱਥ ਲੱਗ ਗਈ। ਹਾਂਜੀ, ਔਰ ਯੈਸਮੀਨ ਦੀ ਕੌਨਸ਼ੀਅਸਨੈਸ ਇਸ ਤਰੀਕੇ ਦੇ ਨਾਲ ਜਾਗੀ ਹੈ ਕਿ ਉਹਨੂੰ ਪਤਾ ਹੈਗਾ ਕਿ ਜ਼ਿੰਦਗੀ ਜੀਣ ਦੇ ਮਾਇਨੇ ਕੀ ਹੋਣੇ ਚਾਹੀਦੇ ਆ। ਕੀ ਸੀ ਉਹ ਦਿਲਚਸਪ ਜਿਹਾ ਕਿੱਸਾ? ਓਕੇ, ਮੈਂ ਫਿਰ ਸਟਾਰਟਿੰਗ ਤੋਂ ਦੱਸਦਾ। ਇਟਸ ਲਾਈਕ ਕਿ ਹਰ ਯੰਗਸਟਰ ਦੇ ਲਾਈਫ 'ਚ ਇੱਕ ਇੱਦਾਂ ਮੋਮੈਂਟ ਆਉਂਦਾ ਹੈ ਜਦ ਉਹ ਕਾਫੀ ਜ਼ਿਆਦਾ ਡਿਪਰੈਸਡ ਹੋ ਜਾਂਦਾ ਹੈ, ਓਕੇ, ਜਾਂ ਫਿਰ ਕਾਫੀ ਜ਼ਿਆਦਾ ਕਨਫਿਊਜ਼ਡ ਹੋ ਜਾਂਦਾ। ਡਿਪਰੈਸਡ ਇਜ਼ ਅ ਡਿਫਰੈਂਟ ਵਰਡ, ਆਈ ਵੋਂਟ ਸੇ ਦੈਟ। ਕਨਫਿਊਜ਼ਡ ਹੋ ਜਾਂਦਾ ਕਿ ਇਹ ਚੱਲ ਕੀ ਰਿਹਾ ਹੈ। ਯੂ ਵਰ ਕਨਫਿਊਜ਼ਡ? I was literally confused because ਉਸ ਟਾਈਮ ਹਾਰਮੋਨਲ ਡਿਸਬੈਲੈਂਸ ਹੋ ਰਿਹਾ ਹੁੰਦਾ ਹੈ। ਇਹ ਬਹੁਤ ਇੰਪੋਰਟੈਂਟ ਚੀਜ਼ ਕਹੀ ਹੈ ਤੁਸੀਂ। ਐਗਜ਼ੈਕਟਲੀ, ਕਨਫਿਊਜ਼ਨ ਇਜ਼ ਜਸਟ ਨਾਟ ਕਿ ਤੁਹਾਡੇ ਖਿਆਲਾਂ ਦੇ ਨਾਲ ਨਾਲ ਤੁਹਾਡੇ ਅੰਦਰ ਬਹੁਤ ਕੁਝ ਚੱਲ ਰਿਹਾ ਔਰ ਤੁਹਾਨੂੰ ਲੋਕ ਇੱਕ ਟਾਈਮ ਤੋਂ ਬਾਅਦ ਕਹਿਣਾ ਸ਼ੁਰੂ ਕਰ ਦੇਣ ਕਿ ਯਾਰ ਇਹ ਤਾਂ ਹਿੱਲ ਗਿਆ, ਹਾਂਜੀ, ਹੈ ਨਾ। ਬਟ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਨਹੀਂ, ਉਹਦੀ ਬਾਡੀ ਵੀ ਚੇਂਜ ਹੋ ਰਹੀ ਹੈ, ਉਹਦੇ ਬਾਡੀ ਦੇ ਅੰਦਰ ਸਾਇੰਟੀਫਿਕ ਕਾਰਨ ਵੀ ਹੈਗੇ ਨੇ, ਹਾਰਮੋਨਲ ਚੇਂਜਸ ਵੀ ਹੈਗੇ ਨੇ। ਹਾਂ, ਅੱਛਾ। ਅਤੇ ਮੈਨੂੰ ਇੰਝ ਲੱਗਦਾ ਹੈ ਕਿ ਉਹੀ ਇੱਕ ਟਾਈਮ ਹੁੰਦਾ, ਇੱਕ ਪੀਰੀਅਡ ਹੁੰਦਾ, ਬੱਚਾ ਉਸ ਟਾਈਮ ਬਹੁਤ ਜ਼ਿਆਦਾ ਗੁੱਡੀ ਵੀ ਹੋ ਸਕਦਾ ਐਂਡ ਬਹੁਤ ਜ਼ਿਆਦਾ ਨੈਗੇਟਿਵ ਪਾਸੇ ਵੀ ਜਾ ਸਕਦਾ, ਮਤਲਬ ਕਨਫਿਊਜ਼ਡ ਨੂੰ ਉਹ ਅੱਗੇ ਕੰਟੀਨਿਊ ਕਰ ਸਕਦਾ ਇਨ ਅ ਨੈਗੇਟਿਵ ਐਸਪੈਕਟ। ਆਈ ਐਮ ਸੇਇੰਗ ਦੈਟ ਉਸੇ ਟਾਈਮ, ਉਸੇ ਸਿਚੁਏਸ਼ਨ ਜਦ ਮੇਰੀ ਚੱਲ ਰਹੀ ਸੀ, ਬਹੁਤ ਨੈਗੇਟਿਵ ਜਿਹਾ ਹੋ ਗਿਆ ਸੀ ਮੇਰਾ ਮਾਈਂਡ। ਨੈਗੇਟਿਵ ਇਨ ਦਾ ਸੈਂਸ ਕਨਫਿਊਜ਼ਡ ਹੋ ਗਈ ਸੀ ਮੈਂ ਕੁਝ ਚੀਜ਼ਾਂ ਨੂੰ ਲੈ ਕੇ, ਗੁੱਸਾ ਆ ਜਾਣਾ, ਹੈ ਨਾ। ਅਤੇ ਘਰ ਵਾਲਿਆਂ ਨੂੰ ਮੈਂ ਇੱਦਾਂ ਸਮਝ ਰਹੀ ਸੀ ਕਿ ਸ਼ਾਇਦ ਇਹ ਮੇਰੀ ਗੱਲ ਸਮਝਦੇ ਹੀ ਨਹੀਂ ਹੈ, ਕੁਛ ਮੰਨਦੇ ਨਹੀਂ ਮੈਨੂੰ, ਇਹਨਾਂ ਨੂੰ ਸਿਰਫ ਆਪਣੀ ਪਈ ਹੋਈ ਹੈ ਨਾ। ਮਤਲਬ ਆਪਣੇ ਪੰਛੀ ਮੈਂ ਰਹਿਣ ਲੱਗੀ ਸੀ, ਮੈਂ ਪਿਆਰ ਕਿਤੇ ਹੋਰ ਲੱਭਣ ਲੱਗ ਗਈ ਸੀ। ਆਹਾ, ਇਹੀ ਸਟੇਜ ਹੁੰਦੀ ਹੈ ਜਦ ਬੱਚਾ ਜਿਹੜਾ ਹੁੰਦਾ ਨਾ ਉਹ ਡਗਮਗਾ ਜਾਂਦਾ ਹੈ। ਇੰਨਾ ਮੈਨੂੰ ਫੀਲ ਹੋਣ ਲੱਗਿਆ ਸੀ ਬਾਹਰ, ਮਤਲਬ ਗੱਲਾਂ ਬਾਤਾਂ ਹੋਣੀਆਂ ਐਂਡ ਆਲ ਦੈਟ ਥਿੰਗ ਜਿਹੜੇ ਯੰਗਸਟਰਸ ਆਫ ਕੋਰਸ ਕਰਦੇ ਨੇ ਆਪਣੇ ਟਾਈਮ 'ਚ। ਕੈਨ ਯੂ ਇਲੈਬੋਰੇਟ ਦਿਸ ਥਿੰਗ ਮੋਰ ਕਿ ਮੈਂ ਬਾਹਰ ਪਿਆਰ ਲੱਭਣ ਲੱਗ ਪਈ ਸੀ ਤਾਂ ਕਿ ਆਡੀਅנס ਨੂੰ ਕਲੀਅਰ ਲੱਗੇ ਕਿ ਇਹ ਸੈਂਟੈਂਸ ਦਾ ਮਤਲਬ ਕੀ ਹੈ? In terms of friendship as well, in terms of relationship as well, right? I'm very clear about all these things because ਸਾਰਿਆਂ ਦੇ ਹੁੰਦੇ ਨੇ, right? ਤੇ ਉਸ ਟਾਈਮ ਇੱਦਾਂ ਹੋ ਰਿਹਾ ਸੀ। ਫਿਰ ਆਫ ਕੋਰਸ ਫਿਰ ਕਨਫਿਊਜ਼ਨਸ ਹੋਰ ਕ੍ਰੀਏਟ ਹੋਣਾ, ਮਤਲਬ ਕਾਈਂਡ ਆਫ ਆਪਣੀ ਫੈਮਿਲੀ ਨੂੰ ਜਿਹੜੀ ਚੀਜ਼ ਮੈਂ ਡਿਸਕਸ ਕਰਨੀ ਜ਼ਿਆਦਾ ਨਹੀਂ ਮਤਲਬ ਹੁੰਦੇ ਨਾ ਕੁਝ ਗੱਲਾਂ ਇੱਦਾਂ ਹੁੰਦੀ ਹੈ ਕਿ ਵੇ ਆਊਟ ਉਹੀ ਕੱਢ ਸਕਦੇ ਨੇ, ਉਹ ਮੈਂ ਉਹਨਾਂ ਨਾਲ ਡਿਸਕਸ ਨਹੀਂ ਕਰ ਰਹੀ, ਉਹ ਮੈਂ ਕਿਤੇ ਹੋਰ ਕਰ ਰਹੀ ਹਾਂ। ਓਕੇ, ਰਾਈਟ, ਇੰਝ ਵੀ ਹੋਣ ਲੱਗਿਆ ਸੀ। ਹਾਂਜੀ, ਪਿਆਰ ਹੋਈ ਸੀ ਅਤੇ ਉਸ ਚੀਜ਼ ਕਰਕੇ ਵੀ ਹੋਰ ਕਨਫਿਊਜ਼ਨਸ ਕ੍ਰੀਏਟ ਹੋ ਗਈਆਂ, ਰਾਈਟ, ਕਿਉਂਕਿ ਉਹਨਾਂ ਦਾ ਲੈਵਲ ਦੇਖ ਲਓ ਜਾਂ ਏਜ ਦੇਖ ਲਓ ਸੇਮ ਹੀ ਹੈ, ਉਹ ਵੀ ਤਾਂ ਸੇਮ ਹੀ ਸਿਚੁਏਸ਼ਨ 'ਚ ਨੇ, ਉਹ ਵੀ ਤਾਂ ਆਪ ਕਨਫਿਊਜ਼ ਨੇ, ਰਾਈਟ। ਜੇ ਮੈਂ ਇਹ ਚੀਜ਼ ਮਤਲਬ ਉਸ ਵਿੱਚ ਕਹਾਂ, ਉਸੇ ਪੀਰੀਅਡ 'ਚ ਕੁਛ ਇੰਝ ਹੋਇਆ, I was doing a play. I was doing a play and I did a character of Krishna. ਅਤੇ ਪਤਾ ਨਹੀਂ ਸਟਾਰਟਿੰਗ ਤੋਂ ਇੰਝ ਆਦਤ ਹੈਗੀ ਮੇਰੀ ਕਿ ਜਿਹੜੀ ਚੀਜ਼ ਮੈਂ ਕਰਦੀ ਹਾਂ, ਮੈਂ ਨਾ ਬਹੁਤ ਮਤਲਬ ਉਹਦੇ ਬਾਰੇ ਮਤਲਬ ਬਹੁਤ ਕਿਊਰੀਅਸ ਹੁੰਦੀ ਹੈ ਕਿ ਕੀ ਹੈ, ਅੱਛਾ ਕੀ ਹੋਗਾ, ਅੱਛਾ ਬੈਕਗਰਾਊਂਡ ਸਟੋਰੀ ਕੀ ਸੀ, ਜਾਂ ਫਿਰ ਇਹਦੇ ਹੋਰ ਕੀ ਹੋਰ ਲਿੰਕਸ ਨੇ ਵਗੈਰਾ ਵਗੈਰਾ, ਮਤਲਬ ਕਨੈਕਟਿਡ ਕਿਸ ਵੇ 'ਚ ਨੇ,
ਕੋਈ ਵੀ ਟੌਪਿਕ, ਆਮ ਨਾਟ ਟਾਕਿੰਗ ਅਬਾਊਟ ਓਨਲੀ ਇਨ ਅ ਐਕਟਿੰਗ ਵੇ, ਇਨ ਅਦਰ ਐਸਪੈਕਟਸ ਐਜ਼ ਵੈਲ। ਜੇ ਮੈਨੂੰ ਕਿਸੇ ਪਲਾਂਟ ਬਾਰੇ ਵੀ ਪਤਾ ਲੱਗਿਆ ਤਾਂ ਮੈਂ ਉਹਦੇ ਬਾਰੇ ਲੱਭਣ ਲੱਗ ਜਾਂਦੀ, ਅੱਛਾ ਇਹਦਾ ਹੋਰ ਕੀ ਹੁੰਦਾ ਹੈ, ਅੱਛਾ ਇਹਦੇ ਨਾਲ ਇਹ ਵੀ ਹੁੰਦਾ ਹੈ, ਅੱਛਾ ਅਸੀਂ ਇੱਦਾਂ ਵੀ ਖਾਂਦੇ ਨੇ, ਅੱਛਾ ਉਹ ਵੀ ਹੁੰਦਾ। ਮਤਲਬ ਉਸੇ ਟਾਈਮ ਜਦ ਮੈਂ ਕ੍ਰਿਸ਼ਨਾ ਦਾ ਕਰੈਕਟਰ ਕੀਤਾ ਸੀ, ਮੈਂ ਉਹਨਾਂ ਬਾਰੇ ਰੀਡ ਆਊਟ ਕਰਨਾ ਸ਼ੁਰੂ ਕਰਤਾ ਸੀ, ਉਹਨਾਂ ਦਾ ਬੈਕਗਰਾਊਂਡ ਰੀਡ ਆਊਟ ਕਰਨਾ ਸ਼ੁਰੂ ਕਰਤਾ ਸੀ। ਐਂਡ ਜਸਟ ਆਪਣੇ ਆਪ ਹੀ ਹੁੰਦਾ ਨਾ ਕਿ ਯੂਨੀਵਰਸ ਕਾਲ, ਉਹ ਚੀਜ਼ਾਂ ਆਪਣੇ ਆਪ ਹੀ ਮੇਰੀ ਅੱਗੇ ਮਤਲਬ ਆਉਣੀਆਂ ਸ਼ੁਰੂ ਹੋ ਗਈਆਂ ਸੀ। ਮਤਲਬ ਮੈਨੂੰ ਜ਼ਿਆਦਾ ਐਫਰਟ ਨਹੀਂ ਕਰਨੀ ਪਈ ਸੀ ਉਸ ਟਾਈਮ 'ਤੇ। ਉਹ ਤੋਂ ਬਾਅਦ ਆਪਣੇ ਸਕੂਲ ਟਾਈਮ 'ਚ ਆਈ ਵਾਜ਼ ਅ ਗੁੱਡ ਆਰਟਿਸਟ, ਮੈਂ ਪੇਂਟਿੰਗ ਬਹੁਤ ਸੋਹਣੀ ਕਰਦੀ ਸੀ। ਅਤੇ ਮੇਰੀ ਟੀਚਰ ਸੀ ਰੀਟਾ ਮੈਮ, ਉਹ ਮੈਨੂੰ ਹਰ ਵਾਰੀ ਨਾ ਈਸਕੌਨ ਲੈ ਕੇ ਜਾਂਦੇ ਸੀ, ਰਾਈਟ, ਇਟਸ ਅ ਕ੍ਰਿਸ਼ਨਾ ਮੰਦਿਰ, ਐਂਡ ਉੱਥੇ ਮੈਨੂੰ ਲੈ ਕੇ ਜਾਂਦੇ ਸੀ। ਉੱਥੇ ਕੰਪੀਟੀਸ਼ਨ ਹੁੰਦਾ ਸੀ ਜਨਮਾਸ਼ਟਮੀ ਦਾ ਟਾਈਮ, ਰਾਈਟ, ਅਤੇ ਉੱਥੇ ਮੈਂ ਜਾਂਦੀ ਸੀ ਐਂਡ ਹਮੇਸ਼ਾ ਮਤਲਬ ਕਲਰਿੰਗ ਕੰਪੀਟੀਸ਼ਨ ਜਾਣਾ ਹੈ ਉਹ, ਅਤੇ ਉੱਥੇ ਮਤਲਬ ਮੈਂ ਦੇਖਦੀ ਸੀ ਕਿ ਮੰਤਰ ਵਗੈਰਾ ਲਿਖੇ ਹੁੰਦੇ ਸੀ, ਬਟ ਉਸ ਟਾਈਮ ਮੈਨੂੰ ਇੰਨਾ ਉਹ ਨਹੀਂ ਸੀਗਾ ਕੀ ਹੈ, ਮਤਲਬ ਵੈਰੀ ਨੋਰਮਲ ਬੱਚਾ ਸੀਗਾ ਮੈਂ, 4th 5th ਕਲਾਸ ਔਰ 7th 8th ਕਲਾਸ 'ਚ। ਅਤੇ ਉਸ ਟਾਈਮ ਚੀਜ਼ਾਂ ਮਤਲਬ ਸਬਕੌਂਸ਼ੀਅਸਲੀ ਕਿਤੇ ਨਾ ਕਿਤੇ ਫਿੱਟ ਹੋਣ ਲੱਗੀਆਂ ਸੀ ਕਿ ਕੀ ਹੈਗਾ ਕੀ ਨਹੀਂ ਹੈਗਾ ਨਾ। ਐਂਡ ਦੈਨ ਲੇਟਰ ਔਨ ਜਦ ਮੈਂ ਉਹ ਕੀਤਾ, ਦੈਟ ਟਾਈਮ ਆਈ ਵਾਜ਼ ਇਨ 10th ਸਟੈਂਡਰਡ, ਜਦੋਂ ਮੈਂ ਕਰੈਕਟਰ ਕੀਤਾ ਸੀ ਕ੍ਰਿਸ਼ਨਾ ਦਾ, ਰਾਈਟ, ਆਪਣੇ ਆਪ ਉਹ ਚੀਜ਼ਾਂ ਨਾ ਮੇਰੇ ਮਾਈਂਡ 'ਚ ਦੁਬਾਰਾ ਕਲਿੱਕ ਹੋਣ ਲੱਗੀਆਂ ਸੀ। ਦੈਟ ਔਰਾ ਕਹਿ ਲਓ ਕਿ ਉਹ ਕਿਤੇ ਨਾ ਕਿਤੇ ਜਿਹੜਾ ਫਿੱਟ ਹੋ ਗਿਆ ਸੀ ਉਹ ਆਉਣ ਲੱਗਿਆ ਸੀ। ਅੱਛਾ, ਉਹ ਚੀਜ਼ ਕਿਤੇ ਨਾ ਕਿਤੇ ਹੋਰ ਥਾਂ 'ਤੇ ਵੀ ਕਨੈਕਟ ਹੋ ਗਈ ਅੱਗੇ ਜਾ ਕੇ। ਜਦ ਮੈਂ ਉਹ ਪਲੇਅ ਕੀਤਾ, ਪਲੇਅ ਕਰਨ ਤੋਂ ਬਾਅਦ ਇੱਕ ਮੈਮਰੀ ਮੇਰੇ ਅੰਦਰ ਕਿਤੇ ਨਾ ਕਿਤੇ ਕੈਪਚਰਡ ਹੋ ਗਿਆ। ਆਈ ਗੈਸ ਇਹ ਟੌਪਿਕ ਬਹੁਤ ਡੀਪ ਜਾਊਗਾ, ਅਤੇ ਤੁਸੀਂ ਦੇਖ ਲਿਓ, ਕੱਟ ਕਰ ਲਿਓ ਜਿੱਥੇ ਤੁਸੀਂ ਫੀਲ ਕਰੋ। ਉਹ ਤੋਂ ਬਾਅਦ +1 +2 'ਚ ਇੱਕ ਮੂਮੈਂਟ ਇੱਦਾਂ ਹੋਰ ਆਇਆ ਸੀ, ਠੀਕ ਹੈ, ਜਦ ਮੈਂ ਕੁਛ ਪਰਫੋਰਮ ਕਰਨ ਲੱਗੀ ਸੀ, ਐਂਡ ਉਸੀ ਟਾਈਮ ਫਿਰ ਮੇਰਾ ਮਾਈਂਡ ਦੁਬਾਰਾ ਉਸੀ ਸਾਈਡ ਗਿਆ। ਐਂਡ ਲਾਈਫ 'ਚ ਮੇਰੀ ਇੱਕ ਇੰਝ ਟ੍ਰੈਜਡੀ ਆਈ ਸੀ, ਇੱਕ ਇੱਦਾਂ ਦੀ ਟ੍ਰੈਜਡੀ ਆਈ ਸੀ ਜਦੋਂ ਸਾਰੀਆਂ ਚੀਜ਼ਾਂ ਦੁਬਾਰਾ ਰੀਕਾਲ ਹੋ ਗਈਆਂ ਸੀ। Are you comfortable talking about the tragedy? I would say that ਮੈਂ ਨਹੀਂ ਕਰ ਸਕਦੀ। Okay. Fair enough. That is like quite very dark. It's okay. So I won't discuss that. ਤੇ ਉਸ ਟਾਈਮ ਮਤਲਬ ਜਿਹੜਾ ਮੈਂ ਸਟੈਪ ਲਿੱਤਾ ਸੀ ਉਹ ਨਹੀਂ ਕਰਨਾ ਚਾਹੀਦਾ ਸੀ ਮੈਨੂੰ, ਠੀਕ ਹੈ। That was a kind of, okay, I will say, I won't reveal it, I won't hide it. That was a kind of self-harm. Self-harm. That was a self-harm. I like that thing, the word you chose. Self-harm. ਤੇ ਉਹ ਚੀਜ਼ ਮੈਨੂੰ ਨਹੀਂ ਕਰਨੀ ਚਾਹੀਦੀ ਸੀ, ਰਾਈਟ, ਬਟ ਕਿਤੇ ਨਾ ਕਿਤੇ ਆਈ ਫੀਲ ਲਾਈਕ ਉਸੇ ਚੀਜ਼ ਕਰਕੇ ਸ਼ਾਇਦ ਹੋਰ ਵੀ ਚੀਜ਼ਾਂ ਆਈਆਂ ਮੇਰੀ ਲਾਈਫ 'ਚ, ਮਤਲਬ ਕੌਨਸ਼ੀਅਸ ਹੋਈ। ਮਤਲਬ ਮੈਂ ਉਸ ਟਾਈਮ ਕੌਨਸ਼ੀਅਸ ਹੋ ਗਈ ਸੀ ਕਿ ਵਾਟ ਆਈ ਡਿਡ। ਗਲਤ ਰਸਤੋਂ ਪੇ ਚਲ ਕਰ ਸੀਖਾ ਕਿ ਸਹੀ ਰਸਤਾ ਕਿਆ ਹੈ। ਹਾਂਜੀ, ਅਤੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਦੱਸੀਆਂ ਨਾ ਕਿ ਉਹ ਸਕੂਲ ਟਾਈਮ 'ਚ ਪਹਿਲਾਂ ਮੈਂ ਇਹ ਕੀਤਾ, ਦੈਨ ਉਹ ਤੋਂ ਬਾਅਦ ਮੈਂ +1 +2 'ਚ ਇਹ ਕੀਤਾ, ਅੱਛਾ ਮੈਂ ਈਸਕੌਨ ਜਾਂਦੀ ਸੀ ਐਂਡ ਆਲ ਦਿਸ ਥਿੰਗ, ਉਸੇ ਟਾਈਮ ਮੇਰੇ ਮਾਈਂਡ 'ਚ ਕਲਿੱਕ ਹੋ ਗਈ। ਅੱਛਾ, ਇਹਨਾਂ ਸਾਰੀਆਂ ਗੱਲਾਂ 'ਚੋਂ ਜਿਹੜੀ ਗੱਲ ਮੈਨੂੰ ਸਮਝ 'ਚ ਆ ਰਹੀ ਹੈ, ਜਿਹੜੀ ਤੁਸੀਂ ਸਟਾਰਟਿੰਗ 'ਚ ਕਹੀ ਹੈ ਕਿ ਜਦੋਂ ਮੈਨੂੰ ਫੈਮਿਲੀ ਦੇ ਵਿੱਚ ਮੈਂ, ਕਿਉਂਕਿ ਤੁਸੀਂ ਸਮਝ ਰਹੇ ਸੀਗੇ ਇੱਕ ਬੱਚੇ ਅਤੇ ਪੈਰੈਂਟਸ ਦੇ ਵਿੱਚ ਜੋ ਇੱਕ ਤੁਸੀਂ ਕਨਫਲਿਕਟ ਕਹਿ ਲਓ, ਉਹ ਤੁਸੀਂ ਸਮਝ ਰਹੇ ਸੀ, ਹੁੰਦਾ ਨਹੀਂ ਗਾ, ਬੱਚਾ ਸਮਝਦਾ ਹੈ ਕਿਉਂਕਿ ਉਹ ਹਾਰਮੋਨਲ ਚੇਂਜਿਸ ਨੇ, ਉਹ ਆਪਣੇ ਆਪ ਨੂੰ ਸਿਆਣਾ ਸਮਝਣਾ, ਉਹ ਸਾਰੀਆਂ ਚੀਜ਼ਾਂ ਹਨ, ਉਹ ਵੈਸੇ ਵੀ ਨਿਕਲੇ ਹੁਣ, ਗੁਜ਼ਰੇ ਉਹਨਾਂ ਚੀਜ਼ਾਂ 'ਚੋਂ। ਔਰ ਤੁਸੀਂ ਕਿਹਾ ਕਿ ਮੈਂ ਬਾਹਰ ਜਾ ਕੇ ਇੱਕ ਇਹੋ ਜਿਹੇ ਮਤਲਬ ਕਹਿ ਲਓ ਮੋਢੇ ਲੱਭੇ, ਜਾਂ ਮੈਂ ਇਹੋ ਜਿਹੀ ਦੋਸਤੀ ਦੇਖਣ ਦੀ ਕੋਸ਼ਿਸ਼ ਕੀਤੀ ਜਿੱਥੇ ਮੈਨੂੰ ਇੱਕ ਸੈਟਿਸਫੈਕਸ਼ਨ ਰਵੇ। ਹਾਂਜੀ, ਇਹ ਇਕੱਲੀ ਯੈਸਮੀਨ ਦੀ ਕਹਾਣੀ ਨਹੀਂ ਹੋਣੀ ਹੈ, ਹਾਂਜੀ, ਇਹ ਬਹੁਤਿਆਂ ਦੀ ਹੋਣੀ ਹੈ, ਲੰਕੇਸ਼ ਦੀ ਵੀ ਹੋਣੀ ਆ, ਸੁਖਵਿੰਦਰ ਬੈਠੇ ਇਹਨਾਂ ਦੀ ਵੀ ਹੋਣੀ ਆ, ਜਾਂ ਬਾਹਰ ਲੋਕ ਹੈਗੇ ਨੇ, ਸਾਰਿਆਂ ਦੀ ਜ਼ਿੰਦਗੀ 'ਚ ਇਹੋ ਜਿਹਾ ਫੇਜ਼ ਆਇਆ ਹੋਣਾ। ਤੁਸੀਂ ਤਾਂ ਸੰਭਾਲ ਲਿਆ, ਕਈ ਡਗਮਗਾ ਗਏ, ਕਈਆਂ ਨੇ ਕਈ ਫੈਸਲੇ ਗਲਤ ਚੁਣ ਲਏ, ਕਈਆਂ ਨੇ ਜਿਹੜੇ ਬਾਹਰ ਰਿਸ਼ਤੇ ਬਣਾਏ
ਉਹਨਾਂ ਨੇ ਉਹਨਾਂ ਨੂੰ ਐਕਸਪਲੋਇਟ ਤੱਕ ਕਰ ਲਿਆ। ਹਾਂਜੀ। ਹੈ ਨਾ, ਇਹਨੂੰ ਹੋਰ ਕਿਸ ਤਰੀਕੇ ਦੇ ਨਾਲ ਸਮਝਾ ਸਕਦੇ ਹੋ ਕਿ ਇੱਦਾਂ ਹੁੰਦਾ ਮਤਲਬ ਕਿ ਜੇ ਘਰੋਂ ਪਿਆਰ ਨਹੀਂ ਮਿਲਦਾ ਤੇ ਬੱਚੇ ਰਾਹ ਗਲਤ ਚੁਣਦੇ ਹੈ, ਹੋ ਜਾਂਦਾ ਉਹਨਾਂ ਨਾਲ। ਦੇਖੋ ਮੈਂ ਹਾਰਮੋਨਲ ਡਿਸਬੈਲੈਂਸ ਕੀ ਬਾਤ ਕੀਤੀ ਹੈ ਨਾ, ਇੱਥੇ ਸਿਰਫ ਬੱਚੇ ਨੂੰ ਨਹੀਂ ਸਮਝਣਾ ਪਏਗਾ, ਰਾਈਟ, ਉਹਨਾਂ ਦੇ ਪੇਰੈਂਟਸ ਨੂੰ ਵੀ ਸਮਝਣਾ ਪਏਗਾ। ਜੇ ਮੈਂ ਉਸ ਟਾਈਮ ਕੌਨਸ਼ੀਅਸ ਹੋਈ ਹਾਂ, ਇਹ ਕਹਿ ਲਓ ਕਿ ਮੇਰਾ ਉੱਥੇ 50% ਮੇਰਾ ਹੱਥ ਸੀ ਅਤੇ ਜੋ ਰੈਸਟ ਆਫ ਦਾ ਹੱਥ ਹੈਗਾ ਉਹ ਮੇਰੇ ਫਾਦਰ ਸਾਹਿਬ ਦਾ। ਉਹਨਾਂ ਨੇ ਮੈਨੂੰ ਉਸ ਟਾਈਮ ਸਮਝਿਆ, ਮੇਰੀ ਗਲਤੀ 'ਤੇ ਮੈਨੂੰ ਝਿੜਕਿਆ ਉਸ ਵਿੱਚ ਨਹੀਂ ਕਿ ਸਾਰੀ ਫਰੀਡਮ ਮੇਰੇ ਤੋਂ ਛੀਨ ਲਈ। ਉਹਨਾਂ ਨੇ ਮੈਨੂੰ ਬਹੁਤ ਤਰੀਕੇ ਨਾਲ ਸਮਝਾਇਆ, ਪੁੱਤ ਹਜੇ ਨਹੀਂ ਟਾਈਮ ਤੇਰਾ, ਸਮਝ ਇਸ ਚੀਜ਼ ਨੂੰ, ਹਜੇ ਨਹੀਂ ਟਾਈਮ ਤੇਰਾ, ਰਾਈਟ। ਬਹੁਤ ਸਾਰੀਆਂ ਸਿਚੁਏਸ਼ਨਸ ਇੱਦਾਂ ਹੋਈ ਸੀ ਕਿ ਮੈਂ ਬਹੁਤ ਐਗਰੈਸ਼ਨ 'ਚ ਵੀ ਸੀਗੀ, ਓਕੇ, ਉੱਥੇ ਵੀ ਮੈਨੂੰ ਆ ਕੇ ਉਹਨਾਂ ਨੇ ਸਮਝਿਆ ਕਿ ਮੈਂ ਸਮਝ ਰਿਹਾ ਤੈਨੂੰ, ਕਾਮ ਡਾਊਨ, ਕੋਈ ਗੱਲ ਨਹੀਂ, ਦੇਖ ਲਾਂਗੇ, ਸ਼ਾਂਤ ਹੋ ਜਾ, ਕੀ ਹੋ ਗਿਆ। ਅਤੇ ਮੈਨੂੰ ਇੰਝ ਲੱਗਦਾ ਜੇ ਇੱਦਾਂ ਦਾ ਕੁਛ ਹੋ ਰਿਹਾ ਤੁਹਾਡੀ ਫੈਮਿਲੀ 'ਚ ਵੀ, ਕਿਸੇ ਦੇ ਵੀ ਫੈਮਿਲੀ 'ਚ, if you are feeling like that, communication is the only key. Yes. Just talk. ਜੇ ਤੁਸੀਂ ਨਹੀਂ ਕਰ, ਮਤਲਬ ਜੇ ਉਹ ਨਹੀਂ ਕਰ ਰਿਹਾ ਤਾਂ ਤੁਸੀਂ ਤਾਂ ਐਟਲੀਸਟ ਟਰਾਈ ਕਰੋ। Yes. ਕੋਸ਼ਿਸ਼ ਤਾਂ ਕਰੋ। that ਕੋਸ਼ਿਸ਼ ਇਜ਼ ਵੈਰੀ ਇੰਪੋਰਟੈਂਟ। ਜੇ ਤੁਸੀਂ ਕੋਸ਼ਿਸ਼ ਨਹੀਂ ਕਰੋਗੇ, ਤੁਸੀਂ ਫਿਰ ਆਪਣੀਆਂ ਹੀ ਮਨ 'ਚ ਕਹਾਣੀਆਂ ਬੁਣਦੇ ਰਹੋਗੇ। ਫਿਰ ਇੱਕ ਸਿਚੁਏਸ਼ਨ ਇੰਝ ਹੋਏਗੀ ਜਦ ਉਹ ਅੰਦਰ ਦੀਆਂ ਚੀਜ਼ਾਂ ਨੇ ਨਾ ਇੱਕ ਪੁਆਇੰਟ 'ਤੇ ਆ ਕੇ ਬੂਮ ਹੋ ਜਾਊਗੀ, ਫਿਰ ਉੱਥੇ ਸਭ ਕੁਝ ਖਤਮ। How egoistic you are? What? How egoistic you are? At some point. ਹਾਂ, ਜੇ ਮੇਰੀ ਸਿਸਟਰ ਮੇਰੇ ਕੱਪੜੇ ਪਾਉਣ ਦੀ ਕੋਸ਼ਿਸ਼ ਕਰੇ ਤੇ ਉੱਥੇ ਆਈ ਵੁੱਡ ਬੀ ਲਾਈਕ ਕਿ ਤੂੰ ਮੇਰੀ ਡਰੈਸ ਪਾ ਰਹੀ ਹੈ, ਹਾਂ ਤਾਂ ਤੁਸੀਂ ਵੀ ਤਾਂ ਪਾਉਂਦੇ ਹੋ। ਫਿਰ ਮੈਨੂੰ ਯਾਦ ਆਉਂਦਾ, ਹਾਂ ਠੀਕ ਹੈ, ਬਟ ਕਿਤੇ ਨਾ ਕਿਤੇ ਫਿਰ ਮੇਰੇ ਮਾਈਂਡ 'ਚ ਇਹ ਕੁਐਸਚਨ ਤਾਂ ਆਇਆ ਨਾ, ਕਿ ਤੂੰ ਮੇਰੀ ਡਰੈਸ ਪਾ ਰਹੀ ਹੈ, ਉਹ ਵੀ ਕਿਉਂ ਆਇਆ, ਹੈ ਤਾਂ ਸਿਸਟਰ ਹੀ, ਬਟ ਹਾਂ ਮਤਲਬ ਟਿੱਡੂ ਜਿਹਾ ਹੈਗਾ ਮੇਰੇ ਅੰਦਰ। ਬਿਕਾਜ਼ ਇਹ ਚੀਜ਼ਾਂ ਕਹਿ ਲਓ ਕਿ ਹਿਊਮਨ 'ਚ ਹੈਗੀਆਂ ਨੇ। ਤੁਸੀਂ ਕਹੋਗੇ ਕਿ ਨਹੀਂ ਹੇਟਰਡ ਹੈ ਹੀ ਨਹੀਂ, ਤੁਸੀਂ ਕਹੋਗੇ ਨਹੀਂ ਮਤਲਬ ਕਾਈਂਡ ਆਫ ਈਗੋ ਹੈ ਹੀ ਨਹੀਂ, ਬਟ ਕਿੰਨੀ ਕੁਆਂਟਿਟੀ 'ਚ ਉਹ ਚੀਜ਼ ਮੈਟਰ ਕਰਦੀ ਹੈ। ਬੈਲੈਂਸਡ ਆਨਸਰ, ਬਹੁਤ ਸੋਹਣਾ। ਯੈਸ, ਬਿਕਾਜ਼ ਹਿਊਮਨ ਇਜ਼ ਅ ਫਾਰਮ ਆਫ ਇਮੋਸ਼ਨਸ, ਰਾਈਟ। ਤੇ ਸਾਰੇ ਇਮੋਸ਼ਨਸ ਹਰ ਇੱਕ ਇਨਸਾਨ 'ਚ ਹੈ, ਤਾਂ ਹੀ ਉਹ ਇਨਸਾਨ ਹੈ। ਕੋਈ ਅਫਸੋਸ ਹੈਗਾ? ਅਫਸੋਸ ਐਟ ਰਾਈਟ ਨਾਓ ਨਹੀਂ, ਟੂ ਬੀ ਵੈਰੀ ਓਨੈਸਟ। ਨਾਈਸ। ਬਿਕਾਜ਼ ਮੈਨੂੰ ਇੰਝ ਲੱਗਦਾ ਹੈ ਕਿ ਹਰ ਚੀਜ਼ ਦਾ ਇੱਕ ਮਤਲਬ ਸੀ, ਐਸੀ ਕਰਕੇ ਸ਼ਾਇਦ ਆਈ ਐਮ ਵੈਰੀ ਲਾਈਟ, ਆਈ ਐਮ ਵੈਰੀ ਹੈਪੀ, ਆਈ ਐਮ ਵੈਰੀ ਗੁੱਡੀ। ਅਖੀਰਲੀ ਵਾਰੀ ਰੋਏਗਾ ਤੁਸੀਂ? ਆਈ ਗੈਸ ਪਰਸੋਂ। ਅਕੇਲੇ ਜਾਂ ਫਿਰ ਬਸ ਰੋਈ ਕਦ ਸੀ? ਜਦੋਂ ਵੀ ਦੱਸੋ। ਪਰਸੋਂ ਰੋਈ ਸੀ ਮੈਂ ਸੈੱਟ 'ਤੇ। ਇੰਝ ਹੋਇਆ ਸੀ, ਮਤਲਬ ਨਾ ਹੋਇਆ ਇਹ ਸੀਗਾ ਕਿ ਸਰ ਵਾਜ਼ ਟਰਾਈੰਗ, ਇੱਕ ਸੀਨ ਸੀਗਾ ਜਿਸ 'ਚ ਮੈਂ ਮਾਤਾ ਰਾਣੀ ਦਾ ਕੀਰਤਨ ਮਤਲਬ ਹੋ ਰਿਹਾ ਅਤੇ ਮੈਂ ਕੀਰਤਨ ਗਾ ਰਹੀ ਹਾਂ, ਹੈ ਨਾ। ਅਤੇ ਮੇਰੀ ਮੈਮ ਜਿਹੜੀ ਹੈਗੀ ਵੀ, ਉਹਨਾਂ ਨੇ ਕਹਿ ਤਾ ਕਿ ਬੱਚੇ ਇੱਥੇ ਨਾ ਲਿਪਸਿੰਗ ਹੋਏਗੀ, ਤੂੰ ਇਹ ਗਾਣਾ ਯਾਦ ਕਰ ਲੈ। ਮੈਂ ਕਿਹਾ ਠੀਕ ਹੈ ਸਰ, ਠੀਕ ਹੈ ਮੈਮ, ਕਰ ਲੈਂਦੀ ਹਾਂ ਗੁਰੀ। ਅਤੇ ਮੈਂ ਯਾਦ ਕਰ ਲਿਆ, ਅੱਧਾ ਘੰਟਾ ਮੈਂ ਯਾਦ ਹੀ ਕਰਦੀ ਰਹੀ, ਠੀਕ ਹੈ। ਉਹ ਤੋਂ ਬਾਅਦ ਜਦ ਸੀਨ ਹੋਣ ਦੀ ਵਾਰੀ ਹੋਈ, ਸਰ ਕਹਿੰਦੇ ਕਿ ਬੇਟਾ ਉਹ ਹੈਡਫੋਨਸ ਲਗਾ ਲਿਆ ਆਪਨੇ? ਮੈਨੇ ਕਹਾ ਸਰ ਹੈਡਫੋਨਸ ਦੀ ਤਾਂ ਲੋੜ ਹੈ, ਮਤਲਬ ਇੰਝ ਹੀ ਤੁਸੀਂ ਪਲੇ ਕਰ ਦਿਓ, ਹੈ ਨਾ। ਇੱਦਾਂ ਮਤਲਬ ਤੁਸੀਂ ਕੁਛ ਇੰਸਟਰਕਸ਼ਨ ਵੀ ਦਿਓਗੇ ਤਾਂ ਫਿਰ ਉਹ ਡਿਸਟਰਬ ਕਰੂਗੀ ਕਿਤੇ ਨਾ ਕਿਤੇ। ਤਾਂ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਕਰੋ ਤੋ, ਲਗਾਓ ਤੋ। ਫਿਰ ਉਸਕੇ ਬਾਅਦ ਜਦ ਔਨ ਕੀਤਾ, ਫਿਰ ऑफकोर्स बोल क्यों नहीं रही है? मैंने कहा है, मैं कहा सर क्या? तो वहाँ पर उन्होंने बोला कि आवाज़ चाहिए मुझे तेरी। मैं कहा सर आप क्या चाहते हो, ऑडियंस बनने से पहले टूट जाए? क्योंकि उससे पहले मैं
सीन देखकर हटी हूँ, बचाओ बचाओ, और मैं बहुत चीखी हूँ, मेरा थ्रॉट वाज लाइक टोटली डेड एट दैट टाइम। एंड वो एकदम से उन्होंने बोला कि नहीं नहीं मुझे तो आवाज़ चाहिए। मैंने कहा सर मेरी बात सुनो, वहाँ पर मेरे को मैम ने इंस्ट्रक्शन दिया कि लिपसिंग हो रही है। तो अच्छा लिपसिंग है, चल ठीक है, मतलब उन्होंने मतलब वहाँ पर थोड़ा सा मतलब कन्फ्यूजन हो गई थी। ਅੱਛਾ ਥੈਂਕਸ ਫॉर ਸ਼ੇਅਰਿੰਗ ਦਿਸ ਇਨਸੀਡੈਂਟ। ਬਟ ਜਿਹੜਾ ਤੁਸੀਂ ਉਹ ਸੈਂਟੈਂਸ ਕਿਹਾ ਨਾ, ਇਕੱਲੇ ਬਹਿ ਕੇ ਕਦੋਂ ਰੋਈਆਂ, ਉਹ ਪੁੱਛਦੇ ਪਏ ਹੋ, ਹਾਂਜੀ ਹੁਣ ਉਹ ਦੱਸੋ। ਓਕੇ, ਇਕੱਲੇ ਬਹਿ ਕੇ ਮੈਂ ਕਦੋਂ ਰੋਈ ਹਾਂ? ਸੀ ਸਮਟਾਈਮਸ ਇੰਝ ਹੁੰਦਾ ਹੈ ਕਿ ਯੂ ਆਰ ਲਿਵਿੰਗ ਅਲੋਨ, ਰਾਈਟ, ਐਂਡ ਤੁਸੀਂ ਬਹੁਤ ਬਿਮਾਰ ਹੋ, ਤੁਸੀਂ ਬਹੁਤ ਜ਼ਿਆਦਾ ਬਿਮਾਰ ਹੋ, ਤੁਹਾਡੀ ਤਬੀਅਤ ਨਹੀਂ ਠੀਕ, ਐਂਡ ਤੁਹਾਡੇ ਆਸ-ਪਾਸ ਕੋਈ ਹੈ ਨਹੀਂ ਉਸ ਟਾਈਮ ਤੁਹਾਡੀ ਮਤਲਬ ਹੈਲਪ ਕਰਨ ਨੂੰ। ਇੰਝ ਹੈਗੇ ਬਟ ਦੇ ਆਰ ਵੈਰੀ ਫਾਰ ਅਵੇ ਫਰੋਮ ਯੂ, ਵੈਰੀ ਫਾਰ। ਮਤਲਬ ਕਈ ਵਾਰੀ ਇੰਝ ਹੋ ਜਾਂਦਾ ਕਿ ਤੁਹਾਡੇ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਬੈੱਡ ਤੋਂ, ਸਮਟਾਈਮਸ ਇੰਨੀ ਮਾੜੀ ਹਾਲਤ ਹੋ ਜਾਂਦੀ ਹੈ। ਉਸ ਟਾਈਮ ਇੱਕ ਵਾਰੀ ਹੋਇਆ ਸੀ, ਆਈ ਵਾਜ਼ ਵੈਰੀ ਇੱਥੇ ਸੀ ਜਾਂ ਬੰਬੇ ਸੀ, ਕਿੱਥੇ ਸੀ? ਆਈ ਵਾਜ਼ ਹੇਅਰ ਓਨਲੀ, ਆਈ ਗੈਸ ਲੁਧਿਆਣਾ ਸਾਈਡ ਸੀਗੀ ਮੇਬੀ, ਆਈ ਗੈਸ ਉੱਥੇ ਕਿਸੇ ਸ਼ੂਟ ਦਾ ਕੁਛ ਕੰਮ ਚੱਲ ਰਿਹਾ ਸੀ। ਬਟ ਐਟ ਦੈਟ ਟਾਈਮ ਮੈਂ ਬਹੁਤ ਮਿਸ ਕਰ ਰਹੀ ਸੀ ਮਤਲਬ ਆਪਣੀ ਫੈਮਿਲੀ ਨੂੰ, ਅਤੇ ਮੈਂ ਬਹੁਤ ਰੋ ਰਹੀ ਸੀ ਕਿ ਕਿੱਦਾਂ ਦੀ ਸਿਚੁਏਸ਼ਨ ਆ, ਲਾਈਕ ਕੋਈ ਹੈ ਕਿਉਂ ਨਹੀਂ ਮੇਰੇ ਨਾਲ ਇਸ ਟਾਈਮ। ਮਤਲਬ ਇੰਝ ਇੱਕ ਵਾਰੀ ਨਹੀਂ, ਇੱਦਾਂ ਹੋਇਆ ਹੈ। ਬਟ ਆਈ ਡੋਂਟ ਵਾਂਟ ਉਸ ਟਾਈਮ ਮੈਂ ਕਾਲ ਕਰਕੇ ਦੱਸਾਂ ਅਤੇ ਉਹ ਪਰੇਸ਼ਾਨ ਹੋਏ। ਉਹ ਵੀ ਮੈਂ ਫਿਰ ਕਈ ਵਾਰੀ ਕਰ ਲੈਂਦੀ। ਜੇ ਮੈਂ ਯੈਸਮੀਨ ਦੇ ਵਿੱਚੋਂ ਸਪਿਰਿਚੁਅਲਿਟੀ ਕੱਢਦਾ ਤਾਂ ਯੈਸਮੀਨ ਕੀ ਹੈ? ਨਥਿੰਗ। ਸਪਿਰਿਚੁਅਲਿਟੀ ਹੈ ਵੀ ਤਾਂ ਵੀ ਨਥਿੰਗ। ਇਹ ਮੈਂ ਸਮਝ ਗਿਆ, ਹੁਣ ਬਾਕੀਆਂ ਨੂੰ ਸਮਝਾਓ। ਫਿਰ ਬਹੁਤ ਡੀਪ ਚੱਲ ਜਾਏਗਾ। ਤੁਹਾਨੂੰ ਜੇ ਕੋਈ ਪੁੱਛੇ ਹਾਂ who are you, what you will say ਉਸ time? nothing, I'll say nothing, ਹੈ ਨਾ? because I believe ਕਿ ਪਾਵਰ ਹੈ ਕੋਈ ਉੱਪਰ, ਫੇਥ ਜਿੱਥੇ ਜੁੜਿਆ ਹੋਇਆ ਨਾ ਸਾਡਾ, ਉਹ ਇੱਕ ਪਾਵਰ ਹੈਗੀ ਹੈ, ਉਹ ਚਲਾ ਰਹੀ ਹੈ, ਉਹ ਕਰਾ ਰਹੀ ਹੈ, ਉਹੀ ਕਰ ਰਹੀ ਜੋ ਕਰ ਰਹੀ ਹੈ। ਅਸੀਂ ਕੀ ਹਾਂ, ਅਸੀਂ ਬਸ। ਅਤੇ ਜੇ ਨੋਰਮਲੀ ਮੈਂ ਕਿਸੇ ਹੋਰ ਤੋਂ ਵੀ ਪੁੱਛਾਂ ਜਾਂ ਮਤਲਬ ਕਿਸੇ ਵੀ ਜਨਰਲ ਬੰਦੇ ਨੂੰ, ਅਤੇ ਉਹਨਾਂ ਨੇ ਸਟਾਰਟਿੰਗ ਹੀ ਇੰਝ ਕਰਨੀ ਹੈ, ਆਈ ਐਮ ਦਿਸ, ਰਾਈਟ, ਆਈ ਐਮ ਦਿਸ। ਅਤੇ ਜਿੱਥੇ ਉਹ ਆਈ ਆ ਜਾਂਦਾ ਹੈ ਨਾ, ਮੈਨੂੰ ਇੱਦਾਂ ਲੱਗਦਾ, ਔਰ ਵਟ ਆਈ ਪਰਸਨਲੀ ਫੀਲ ਇਜ਼ ਤੁਹਾਡਾ ਵਜੂਦ ਉੱਥੇ ਹੀ ਖ਼ਤਮ ਹੋ ਗਿਆ। ਆਈ, ਮੈਂ, ਦੈਟ ਹਾਊ ਮੈਂ, ਆਈ, ਮੀ, ਮੈਂ। ਹੁਣ ਲੋਕਾਂ ਨੇ ਇਹ ਸੋਚਣਾ ਹੈ ਕਿ ਯਾਰ ਯੈਸਮੀਨ ਇੱਦਾਂ ਕਿਉਂ ਹੈ, ਉਹਦਾ ਕਾਰਨ ਹੈ, ਉਹਦੇ ਪਿੱਛੇ ਹਿਸਟਰੀ ਹੈ, which starts from your grandfather or grandmother, yes, to your father, yes, and then to you, ਤੁਹਾਡੇ ਤੱਕ ਪਹੁੰਚਦੀ ਹੈ, yes, ਤੁਹਾਡੇ ਦਾਦਾ ਜੀ, ਦਾਦੀ ਜੀ, ਪਿਤਾ ਜੀ, then ਯੈਸਮੀਨ। ਹਾਂਜੀ। ਤੁਸੀਂ ਦੱਸੋ ਆਪਣੀ ਜਰਨੀ ਬਾਰੇ? ਕੁੱਲ ਮਿਲਾ ਕੇ ਸਾਰੀ ਜਰਨੀ। ਓਕੇ ਯਾਰ, ਤੁਸੀਂ ਮੇਰੇ ਤੋਂ ਸ਼ਾਰਟ ਐਂਡ ਕ੍ਰਿਸਪ ਟੌਪਿਕ ਕਿਉਂ ਨਹੀਂ ਪੁੱਛ ਰਹੇ? ਮਤਲਬ ਬਹੁਤ ਲੰਬੇ ਟੌਪਿਕ ਹੈ, ਲਾਈਕ ਆਈ ਐਮ ਇੰਜੋਇੰਗ ਇਟ, ਮੈਨੂੰ ਬਹੁਤ ਵਧੀਆ ਲੱਗ ਰਿਹਾ, ਬਟ ਫਿਰ ਬਹੁਤ ਹੀ ਡੀਪ ਹੋ ਜਾਊਗਾ। ਇਟ ਵੁੱਡ ਬੀ ਲਾਈਕ ਓਕੇ, ਕੋਈ ਚੱਕਰ ਹੀ ਨਹੀਂ, ਠੀਕ ਹੈ, ਡਨ। ਤੋ ਜੀ ਅਸੀਂ ਸ਼ੁਰੂ ਕਰਦੇ ਹਾਂ, ਠੀਕ ਹੈ। ਵਾਈ ਆਈ ਐਮ ਲਾਈਕ ਦਿਸ, ਤੁਹਾਡੇ ਅਕੋਰਡਿੰਗ ਤੁਸੀਂ ਮੈਨੂੰ ਥੋੜ੍ਹਾ ਕਲੈਰੀਫਾਈ ਕਰੋਗੇ, ਲਾਈਕ ਤੁਸੀਂ ਕਿਹੜੀਆਂ ਚੀਜ਼ਾਂ ਨੂੰ ਇਸ ਟਾਈਮ ਗਲੋਰੀਫਾਈ ਕਰ ਰਹੇ ਹੋ ਜਾਂ ਫਿਰ ਸਪੈਸ਼ਲੀ ਪੁੱਛ ਰਹੇ ਹੋ? ਮੈਂ ਦੱਸਦਾ ਇਹਦੇ 'ਚ, ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ, ਤੁਸੀਂ ਜਿਹੜੀ ਵੀ ਗੱਲ, ਤੁਸੀਂ ਜਿਸ ਚੀਜ਼ ਦਾ ਵੀ ਜਵਾਬ ਦਿੱਤਾ, ਉਹਦੇ 'ਚ ਇੱਕ ਵਿਜ਼ਡਮ ਝਲਕਦੀ ਹੈ, ਸਮਝਦਾਰੀ ਹੈਗੀ ਹੈ, ਸਿਆਣਪ ਹੈਗੀ ਹੈ,
ਜਿਹਨੂੰ ਆਪਣੀ ਜ਼ਿੰਦਗੀ ਦੇ ਗੋਲ ਬਾਰੇ ਪਤਾ ਹੈ, ਔਰ ਇੱਥੋਂ ਤੱਕ ਇਹ ਵੀ ਪਤਾ ਹੈਗਾ ਵਾ ਕਿ ਜੇ ਮੈਂ ਆਈ ਕਹਾਂਗੀ, ਮੈਂ ਮੀਂਹ ਕਹਾਂਗੀ, ਅਤੇ ਮੈਂ ਉੱਪਰ ਵਾਲੀ ਤਾਕਤ ਨੂੰ ਨਜ਼ਰਅੰਦਾਜ਼ ਕਰ ਦਾਂਗੀ, ਹੈ ਨਾ। ਅਤੇ ਮੈਂ ਇਹ ਪੁੱਛਣਾ ਚਾਹ ਰਿਹਾ ਵਾਂ, ਇਹ ਤੁਸੀਂ ਜਦੋਂ ਸਕੂਲ ਦੇ ਵਿੱਚ ਗਏ ਸੀ, ਕਿਸੇ ਕਿਤਾਬ 'ਚ ਨਹੀਂ ਲਿਖਿਆ ਸੀ, ਕਿਸੇ ਸਿਲੇਬਸ ਦਾ ਹਿੱਸਾ ਨਹੀਂ ਸੀ ਇਹ ਸਾਰਾ ਟੋਪਿਕ, ਹਾਂਜੀ, ਨਾ ਇਹ ਕਿਸੇ ਕਾਲਜ ਦੇ ਵਿੱਚ ਸਿਖਾਇਆ ਗਿਆ ਸੀਗਾ। ਹਾਂਜੀ, ਇਹ ਆਉਂਦਾ ਜਦੋਂ ਰਾਤੀ ਦਾਦੇ ਕੋਲ ਜਾਂ ਦਾਦੀ ਕੋਲ ਸੌਣ ਲੱਗਿਆਂ ਉਹ ਕਹਾਣੀਆਂ ਸੁਣਾਉਂਦੇ ਆ, ਜਾਂ ਜਦੋਂ ਵਾਰ-ਵਾਰ ਪਿਤਾ ਜੀ ਵਾਰ-ਵਾਰ ਆ ਕੇ ਦੱਸਦੇ ਨਹੀਂ ਛੱਡ ਦੇ, ਨੌਨ ਮੈਡੀਕਲ ਛੱਡ ਦੇ, ਮੈਡੀਕਲ ਛੱਡ ਦੇ, ਆਰਟਸ ਫੜ ਲਾ, ਤੂੰ ਆਰਟਿਸਟ ਹੈ, ਇਹਦੇ ਵੱਲ ਤੁਰ ਪੈ, ਇਹ ਉਦੋਂ ਹੁੰਦਾ। ਉੱਥੋਂ ਚੱਕੋ ਅਤੇ ਇੱਥੋਂ ਤੱਕ ਲੈ ਕੇ ਆਓ ਯੈਸਮੀਨ ਤੱਕ ਗੱਲ ਨੂੰ। ਵੈਰੀ ਗੁੱਡ ਜੀ, ਗੁੱਡ। ਓਕੇ, ਤੁਸੀਂ ਇੱਥੇ ਕਿਹਾ ਕਿ ਦਾਦੂ ਦਾਦੀ ਨਾਲ ਬਹਿ ਕੇ ਰਾਤੀ ਕਹਾਣੀਆਂ ਸੁਣਨਾ, ਹੈ ਨਾ। ਤੁਸੀਂ ਕਹਿ ਸਕਦੇ ਹੋ ਕਿ ਸ਼ਾਇਦ ਇਹੀ ਪਾਰਟ ਮੇਰੀ ਲਾਈਫ 'ਚ ਨਹੀਂ ਆਇਆ ਸੀ। ਮੇਰੀ ਇਸ ਜਰਨੀ ਦੀ ਸਟਾਰਟਅਪ ਮੇਰੇ ਦਾਦੂ ਦਾਦੀ ਨਾਲ ਹੀ ਹੋਈ ਹੈ, ਬਟ ਇਨ ਅ ਮੋਰਨਿੰਗ ਟਾਈਮ, ਅੰਮ੍ਰਿਤ ਵੇਲੇ ਦੇ ਟਾਈਮ, ਐਟ 3 AM, 4 AM, 5 AM। ਉਹਨਾਂ ਦੋਨਾਂ ਨੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਉਸ ਟਾਈਮ। ਨਿੱਕੀ ਜਿਹੀ ਸੀ ਮੈਂ ਬਹੁਤ। ਉਹਨਾਂ ਨੇ ਉਦੋਂ ਤੋਂ ਹੀ ਮੈਨੂੰ ਉਠਾਉਣਾ ਸ਼ੁਰੂ ਕਰਤਾ ਸੀ, ਠੀਕ ਹੈ। ਮੈਨੂੰ ਲੈ ਕੇ ਜਾਣਾ, ਮੈਨੂੰ ਇਸ਼ਨਾਨ ਕਰਾਉਣਾ, ਦੈਨ ਮੂਲ ਮੰਤਰ ਮੈਨੂੰ ਉਸ ਟਾਈਮ ਬੋਲਣਾ ਕਿ ਬੁੱਗੀ ਬੋਲੀ, ਅੱਛਾ ਇੰਝ ਨਹੀਂ ਹੁੰਦਾ, ਇੰਝ ਹੁੰਦਾ ਹੈ, ਅੱਛਾ ਠੀਕ ਹੈ ਜੀ। ਫਿਰ ਮੈਨੂੰ ਨਾ ਕੜਾਹ ਪ੍ਰਸ਼ਾਦ ਦਾ ਬਹੁਤ ਲਾਲਚ ਸੀ ਉਸ ਟਾਈਮ, ਅਤੇ ਮੇਰੇ ਦਾਦੂ ਜੀ ਉਸ ਟਾਈਮ ਵੀ ਹੁਣ ਵੀ ਮਤਲਬ ਪਾਠੀ ਨੇ, ਅਤੇ ਉਹ ਨਾ ਮੇਰੇ ਕਰਕੇ ਹਮੇਸ਼ਾ ਸੇਵਾ ਲੈਂਦੇ ਸੀ। ਬਾਅਦ 'ਚ ਜਦੋਂ ਉਹਨਾਂ ਨੇ ਪਾਠ ਕਰ ਲਿਆ, ਜਦ ਕੀਰਤਨ ਕਰ ਲਿਆ, ਉਹ ਮੇਰੇ ਕਰਕੇ ਨਾ ਬਾਅਦ 'ਚ ਉਹ ਕਰਦੇ ਸੀ, ਆਪਣਾ ਸੇਵਾ ਲੈਂਦੇ ਸੀ ਉਹਦੀ, ਕੜਾਹ ਪ੍ਰਸ਼ਾਦ ਵੰਡਣ ਦੀ। ਅਤੇ ਮੇਰੇ ਹੱਥ ਨਿੱਕੇ ਨਿੱਕੇ ਜਿਹੇ ਹੁੰਦੇ ਸੀ, ਉਹਨਾਂ ਨੂੰ ਪਤਾ ਹੈ ਕਿ ਮੈਨੂੰ ਬਹੁਤ ਪਸੰਦ, ਬਟ ਮੈਨੂੰ ਵੱਧ ਡਾਲਦੇ ਸੀ। ਕਹਿ ਲਓ ਕਿ ਉਹ ਉਸ ਇੱਕ ਬੱਚੇ ਦੀ ਇਨੋਸੈਂਸ ਦੀ ਲਾਲਚ ਕਰਕੇ ਵੀ ਮੇਰਾ ਇੱਕ ਹੋ ਗਿਆ ਸੀ ਕਿ ਨਹੀਂ ਮੈਂ ਤਾਂ ਜਾਣਾ ਹੈ, ਮੈਂ ਤਾਂ ਜਾਣਾ, ਮੈਂ ਤਾਂ ਜਾਣਾ। ਮੈਨੂੰ ਬੜਾ ਗੁੱਡ ਹੁੰਦਾ ਸੀ, ਮੈਨੂੰ ਵਧੀਆ ਲੱਗਦਾ ਸੀ। ਅਤੇ ਸ਼ਾਇਦ ਉਸ ਚੀਜ਼ ਕਰਕੇ ਵੀ, ਕਿਉਂਕਿ ਹੁੰਦਾ ਨਾ ਕਿ ਅਸੀਂ ਕੀ ਚੀਜ਼ ਖਾ ਰਹੇ ਹਾਂ, ਕੀ ਚੀਜ਼ ਦੇਖ ਰਹੇ ਹਾਂ, ਕੀ ਚੀਜ਼ ਸੁਣ ਰਹੇ ਹਾਂ, ਉਸ ਚੀਜ਼ ਨਾਲ ਵੀ ਬਹੁਤ ਜ਼ਿਆਦਾ ਇਫੈਕਟ ਪੈਂਦਾ। ਸਵੇਰੇ ਉੱਠਣਾ, ਕੀਰਤਨ ਸੁਣਨਾ, ਕੜਾਹ ਪ੍ਰਸ਼ਾਦ ਖਾਣਾ, ਰਾਈਟ। ਇਹਦੇ ਨਾਲ ਮੇਰੀ ਸ਼ੁਰੂਆਤ ਹੋਈ ਹੈ, ਯਾਸਮੀਨ ਦੀ ਸ਼ੁਰੂਆਤ ਹੋਈ ਹੈ। ਉਹ ਤੋਂ ਬਾਅਦ ਚੀਜ਼ਾਂ ਹੋਰ ਜੁੜਨਾ ਸ਼ੁਰੂ ਹੋ ਗਈਆਂ ਡੈਡੀ ਨਾਲ, ਰਾਈਟ। ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਜਰਨਲਿਸਟ ਨੇ, ਜਰਨਲਿਜ਼ਮ ਕੀਤਾ, ਚੰਗੇ ਅਦਾਰੇ ਨਾਲ ਕੰਮ ਕੀਤਾ, ਹਾਂਜੀ, ਲੇਕਿਨ ਉਹਦਾ ਇੱਕ ਬੈਕਗਰਾਊਂਡ ਹੈ, ਹਾਂਜੀ, ਤੁਸੀਂ ਉਹਦੇ ਬਾਰੇ ਦੱਸੋ। ਠੀਕ ਹੈ। ਮੇਰੇ ਡੈਡ ਦੀ ਸਟਾਰਟਅਪ ਕਹਿ ਲਓ, ਜਿਸ ਸਕੂਲ 'ਚ ਮੈਂ ਪੜ੍ਹੀ ਹਾਂ ਨਾ, ਡੈਡੀ ਵੀ ਉਸੇ ਸਕੂਲ 'ਚ ਪੜ੍ਹੇ ਨੇ, ਅਤੇ ਬੂਆ ਐਂਡ ਮੇਰੇ ਚਾਚੂ ਵੀ ਸੇਮ। ਉਹ ਹੀ ਵਾਜ਼ ਅ ਸਪੋਰਟਸ ਪਰਸਨ, he was like very enthusiastic at that time, ਬਹੁਤ ਜ਼ਿਆਦਾ, ਅਤੇ ਵੈਰੀ ਵੋਕਲਿਸਟ। ਇੰਝ ਨਹੀਂ ਕਿ ਚੁੱਪ ਰਹਿਣਾ, ਮਤਲਬ ਦੂਜਿਆਂ ਦੀ ਆਵਾਜ਼ ਬਣਨਾ। ਐਂਡ ਐਟ ਦੈਟ ਟਾਈਮ ਐਜ਼ ਵੈਲ ਹੀ ਵਾਜ਼ ਦ ਪ੍ਰੀਫੈਕਟ ਬੋਏ। ਉਸ ਟਾਈਮ ਹੈਡ ਗਰਲ ਹੈਡ ਬੋਏ ਨਹੀਂ ਹੁੰਦੇ ਸੀ, ਉਸ ਟਾਈਮ ਪ੍ਰੀਫੈਕਟ ਹੁੰਦੇ ਸੀ, ਪਰਫੈਕਟ ਔਰ ਪ੍ਰੀਫੈਕਟ ਹੁੰਦੇ ਸੀ। ਅਤੇ ਉਹ ਤੋਂ ਬਾਅਦ ਉਹਨਾਂ ਨੇ ਜੂਡੋ ਮੇਂ ਮਤਲਬ ਆਪਣਾ ਜੂਡੋ 'ਚ ਆਪਣਾ ਮਤਲਬ ਕਰੀਅਰ ਸ਼ੁਰੂ ਕੀਤਾ ਸੀ। ਜੂਡੋ, ਕਰਾਟੇ ਐਂਡ ਐਵਰੀਥਿੰਗ। ਯਾ, ਅੱਛਾ, ਜੂਡੋ ਕਰਾਟੇ ਇਜ਼ ਡਿਫਰੈਂਟ, ਬਟ ਜੂਡੋ ਇਜ਼ ਡਿਫਰੈਂਟ। ਅੱਛਾ, ਕਰਾਟੇ ਕੀ ਹੁੰਦਾ ਅਤੇ ਜੂਡੋ ਕੀ ਹੁੰਦੀ ਹੈ? ਦੇਖੋ ਇੰਨਾ ਤਾਂ ਨਹੀਂ ਪਤਾ, ਹਈਆ ਹੁਈਆ ਥੋੜੀ ਡਿਫਰੈਂਟ ਹੋਏਗੀ, ਬਿਕਾਜ਼ ਆਈ ਐਮ ਨਾਟ ਅ ਸਪੋਰਟਸ ਪਰਸਨ, ਬਟ ਆਈ ਗੈਸ ਕੁਛ ਵੇਟ ਲਿਫਟਿੰਗ ਦਾ ਡਿਫਰੈਂਸ ਹੁੰਦਾ ਜੂਡੋ 'ਚ, ਮਤਲਬ ਉਠਾ ਕੇ ਮੈਂ ਵੀ ਸੁੱਟਣਾ ਹੁੰਦਾ ਹੈ, ਔਰ ਇੱਦਾਂ ਦਾ ਕੁਛ। ਔਰ ਕਰਾਟੇ ਇੰਨਾ ਨਹੀਂ ਪਤਾ ਮੈਨੂੰ, ਅੱਜ ਜਾ ਕੇ ਪੁੱਛਣਾ ਡੈਡੀ ਮੈਨੂੰ ਮਾਰਿਓ ਨਾ, ਸੌਰੀ। ਬਟ he was a sports person at that time, ਕਿੰਨਾ ਸਲੋ ਬੋਲ ਰਹੀ ਸੀ ਮੈਂ, he was a sports person at that time, then due to something ਉਹਨਾਂ ਦਾ ਮਤਲਬ ਕੁਛ ਹੈਲਥ ਇਸ਼ੂ ਹੋ ਗਿਆ ਸੀ, ਉਹਨਾਂ ਨੂੰ ਛੱਡਣਾ ਪਿਆ, ਰਾਈਟ। ਐਂਡ ਦੈਨ ਐਟ ਦੀ ਏਜ ਆਫ 22, 23, 24 ਉਹਨਾਂ ਦੀ ਮੈਰਿਜ ਫਿਕਸ ਹੋ ਗਈ ਸੀ, ਓਕੇ, ਠੀਕ ਹੈ। ਐਂਡ ਜਦ ਮੈਰਿਜ ਫਿਕਸ ਹੋਈ, ਆਫਕੋਰਸ ਇੱਕ ਰਿਸਪੋਂਸੀਬਿਲਿਟੀ ਆ ਗਈ। ਐਟ ਦੈਟ ਟਾਈਮ ਹੀ ਥੋਟ ਕਿ ਯਾਰ ਹੁਣ ਤਾਂ
ਮਤਲਬ ਕਰਨਾ ਪਏਗਾ, ਕੰਮ ਕਰਨਾ ਪਏਗਾ। ਤਾਂ ਪਹਿਲਾਂ ਛੋਟੀਆਂ ਮੋਟੀਆਂ ਜੋਬਸ ਉਹਨਾਂ ਨੇ ਨੀਅਰ ਅਬਾਊਟ ਦੇਖੀਆਂ, ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਰਾਈਟ। ਐਂਡ ਦੈਨ ਸਡਨਲੀ ਕਹਿ ਲਓ ਕਿ ਦਾਦੂ ਜੀ ਸੈਡ ਕਿ ਸਾਡੇ ਆਫਿਸ 'ਚ ਜਿੱਥੇ ਉਹ ਐਜ਼ ਅ ਡਰਾਈਵਰ ਕੰਮ ਕਰ ਰਹੇ ਸੀ, ਰਾਈਟ, ਉਹਨਾਂ ਨੇ ਕਿਹਾ ਕਿ ਉੱਥੇ ਨਾ ਪੋਸਟ ਨਿਕਲ ਰਹੀ ਹੈ ਅਤੇ ਇੱਕ ਵਾਰੀ ਤੂੰ ਅਪਲਾਈ ਕਰਕੇ ਦੇਖ। ਅਤੇ ਉੱਥੇ ਵੀ ਪਾਪਾ ਜੀ ਨੇ ਮਤਲਬ ਬਹੁਤ ਸਟਰਗਲ ਕੀਤਾ ਹੈ। ਹੀ ਵਾਜ਼ ਲਾਈਕ ਫਸਟ ਲਾਈਕ ਪਹਿਲਾਂ ਉਹ ਬੰਡਨ ਬੁੰਡਨਸ ਜਿਹੜੇ ਚੁੱਕਦੇ ਨੇ, ਹੀ ਵਾਜ਼ ਲਾਈਕ ਪਹਿਲਾਂ ਉਹ ਕੀਤਾ ਉਹਨਾਂ ਨੇ। ਉਹ ਤੋਂ ਬਾਅਦ ਉਹਨਾਂ ਨੇ ਅੱਗੇ ਜਾ ਕੇ ਆਪਣਾ ਕੰਪਿਊਟਰ ਟਾਈਪਿੰਗ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ, ਹੈ ਨਾ। ਫਿਰ ਐਗਜ਼ਾਮ ਦਿੱਤਾ, ਉੱਥੇ ਕਲੀਅਰ ਹੋਏ। ਅੱਛਾ, ਫਿਰ ਇੱਕ ਪੰਜਾਬੀ ਓਪਰੇਟਰ 'ਚ ਪਹਿਲਾਂ ਉਹਨਾਂ ਨੇ ਕੰਮ ਕੀਤਾ, ਫਿਰ ਉਹ ਤੋਂ ਬਾਅਦ ਪ੍ਰਮੋਟ ਹੋ ਕੇ ਫਿਰ ਉਹ ਇੰਟਰਨੈਟ ਡਿਪਾਰਟਮੈਂਟ 'ਚ ਆ ਗਏ, ਜਿਹੜੇ ਈ ਪੇਪਰਸ ਹੁੰਦੇ ਹੈ, ਰਾਈਟ। ਫਿਰ ਉਹ ਉੱਥੇ ਆ ਗਏ, ਮਤਲਬ ਸਟੈਪ ਬਾਈ ਸਟੈਪ। ਮੈਂ ਨਾ ਆਪਣੇ ਮਦਰ ਨੂੰ ਜਾਂ ਆਪਣੇ ਫਾਦਰ ਨੂੰ ਵੀ ਕਹਿੰਦਾ ਹੁੰਦਾ ਸੀਗਾ, ਮਤਲਬ ਮੈਂ ਆਪਣੇ ਮਦਰ ਨੂੰ ਇਹ ਗੱਲ ਕਹਿੰਦਾ ਹੈਗਾ ਵਾ, ਔਰ ਮੈਂ ਆਪਣੀ ਸਿਸਟਰਸ ਨੂੰ ਵੀ ਇਹ ਗੱਲ ਕਹਿੰਦਾ ਹੈਗਾ ਵਾ, ਜੋ ਪਾਠ ਪੂਜਾ ਤੁਸੀਂ ਕਰਦੇ ਹੋ ਨਾ, ਉਹਦਾ ਫਲ ਮੈਨੂੰ ਮਿਲਦਾ। ਹਾਂ, ਹੈਗੀ ਹੈ ਇਹ ਚੀਜ਼ ਕਿ ਜੋ ਮਿਹਨਤ ਸਾਡੇ ਘਰ ਦੇ ਕਰਦੇ ਪਏ ਆਲਰੇਡੀ ਰੱਬ ਨੂੰ ਧਿਆਰੇ ਹੈ, ਹਾਂਜੀ, ਉਹਦਾ ਫਲ ਮੈਨੂੰ ਮਿਲਦਾ ਪਿਆ, ਹੈ ਨਾ। ਤੁਹਾਡੇ ਗ੍ਰੈਂਡਫਾਦਰ, ਤੁਹਾਡੇ ਦਾਦਾ ਜੀ ਇੱਕ ਜਗ੍ਹਾ 'ਤੇ ਪਹਿਲਾਂ ਗਾਰਡਨਿੰਗ ਕਰ ਰਹੇ ਸੀ ਦਫ਼ਤਰ ਦੇ ਵਿੱਚ, ਫਿਰ ਉਹਨਾਂ ਨੇ ਉਹ ਫੇਥ ਕਮਾਇਆ, ਹਾਂਜੀ, ਉਹਨਾਂ ਨੂੰ ਡਰਾਈਵਿੰਗ 'ਤੇ ਰੱਖਿਆ। ਫਿਰ ਉਹਨਾਂ ਨੇ ਕਿਹਾ ਤੁਹਾਡੇ ਪਿਤਾ ਜੀ ਨੂੰ ਕਿ ਵੀ ਉੱਥੇ ਵੈਕੈਂਸੀਆਂ ਨਿਕਲੀਆਂ ਨੇ, ਭਰੋ। ਫਿਰ ਉਹਨਾਂ ਨੇ ਉੱਥੇ ਮਿਹਨਤ ਕੀਤੀ, ਜਿਵੇਂ ਤੁਸੀਂ ਦੱਸਿਆ ਉਹਨਾਂ ਨੇ ਬੰਡਲ ਚੁੱਕੇ, ਸਭ ਕੁਛ, ਹੈ ਨਾ। ਹਾਂਜੀ, ਉਹ ਪੇਬੈਕ ਟਾਈਮ ਹੁੰਦਾ ਨਾ ਰੱਬ ਦਾ ਵੀ, ਹਾਂਜੀ ਦੇਣਾ। ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਕਨੈਕਟਿਡ ਹੁੰਦੀਆਂ ਹੈ। ਹਾਂਜੀ, ਮਤਲਬ ਮੈਂ ਆਪਣੇ ਆਪ ਨੂੰ ਜੇ ਸੋਚਾਂ, ਓ ਮਾਈ ਗॉड, ਮੈਂ ਸ਼ਾਇਦ ਇੱਥੇ ਤੱਕ ਨਹੀਂ ਪਹੁੰਚ ਸਕਦੀ ਸੀ। ਆਈ ਐਮ ਹੇਅਰ ਜਸਟ ਬਿਕਾਜ਼ ਆਫ ਦੈਮ ਓਨਲੀ। ਮਤਲਬ ਜੇ ਮੈਂ ਕੱਪੜੇ ਪਾ ਕੇ ਵੀ ਬੈਠੀ ਹਾਂ, ਇੱਥੇ ਬੈਠੀ ਹਾਂ, ਆਈ ਐਮ ਜਸਟ ਬਿਕਾਜ਼ ਆਫ ਦੈਮ, ਮੇਰੇ ਐਨਸੈਸਟਰਸ ਕਰਕੇ, ਮੇਰੀ ਫੈਮਿਲੀ ਕਰਕੇ। ਮੈਨੂੰ ਇੰਝ ਮਤਲਬ ਇਹ ਹੈਗੀ ਇਹ ਚੀਜ਼ ਮੇਰੇ ਮਨ 'ਚ, ਜਿਹਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਐਵਰੀ ਟਾਈਮ। ਤੁਸੀਂ ਜਦੋਂ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਸੀ, ਤੁਸੀਂ ਨਾਲ ਦੀ ਨਾਲ ਗੱਲ ਨੂੰ ਕੈਚ ਕਰਕੇ ਕਿਹਾ ਹਾਂ ਇੱਦਾਂ ਹੁੰਦਾ ਹੈ। ਹਾਂਜੀ। ਅੱਛਾ, ਤੁਸੀਂ ਫੋਨ 'ਤੇ ਹੱਥ ਰੱਖ ਲਿਆ? ਕਿਉਂਕਿ ਬਾਰ-ਬਾਰ ਕਾਲ ਆ ਰਿਹਾ ਤੇ ਮੈਨੂੰ, ਬਟ ਮੇਰਾ ਧਿਆਨ ਉਹਦੇ ਪਿੱਛੇ ਜੋ ਲੱਗਾ ਉਹ ਕੀ ਹੈ? ਉਹ ਫੜ ਲਈ। ਉਹ ਓਕੇ, ਇਹ ਮੈਨੂੰ ਮਤਲਬ ਬਹੁਤ ਲੋਕੀ ਪੁੱਛਦੇ ਨੇ ਕਿ ਯਾਸਮੀਨਾ ਲੈ ਆਈਫੋਨ ਲੈ ਕੇ ਚੁੱਕਦੀ ਹੈ, ਤੇ ਉਹ ਕਵਰ ਤਾਂ ਵਧੀਆ ਲੈ ਲੈ ਤੂੰ। ਤੇ ਮੈਂ ਕਿਹਾ ਯਾਰ ਮੈਨੂੰ ਆਈਫੋਨ ਦਾ ਸ਼ੌਕ ਸੀਗਾ, ਉਹ ਤਾਂ ਚੱਲ ਮਜਬੂਰੀ ਹੈਗੀ ਕਿ ਕਈ ਵਾਰੀ ਹੁੰਦਾ ਨਾ ਕਿ ਪ੍ਰੋਫਾਈਲ ਮੇਨਟੇਨ ਕਰਨ ਲਈ ਫੋਟੋ, ਨੋਟ ਲਾਈਕ ਇਹ ਵਾਲੀ ਪ੍ਰੋਫਾਈਲ, ਆਈ ਐਮ ਟਾਕਿੰਗ ਅਬਾਊਟ ਦਾ ਸੋਸ਼ਲ ਮੀਡੀਆ ਵਾਲੀ ਪ੍ਰੋਫਾਈਲ। ਉੱਥੇ ਮਤਲਬ ਇੱਕ ਕਹਿ ਲਓ ਕਿ ਯਸ, ਇੰਸਟਾ ਪ੍ਰੋਫਾਈਲ ਐਂਡ ਅਦਰ ਸੋਸ਼ਲ ਮੀਡੀਆ ਵਾਲੀ ਪ੍ਰੋਫਾਈਲ, ਉੱਥੇ ਮਤਲਬ ਕੁਆਲਿਟੀ ਮੈਟਰ ਕਰਦੀ ਹੈ ਆਫਕੋਰਸ, ਰਾਈਟ। ਸ਼ੇਅਰ ਹੁੰਦਾ ਹੈ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਪ੍ਰੋਡਕਟ ਦੇ ਉਹ ਆਉਂਦੇ, ਕੋਲੈਬੋਰੇਸ਼ਨਸ ਆਉਂਦੀਆਂ, ਉਹਦੀ ਵੀਡੀਓ ਬਣਾਉਣ। ਮੈਨੂੰ ਨਾ ਡਿਪੈਂਡੈਂਸੀ ਪਸੰਦ ਨਹੀਂ ਹੈ, ਕਿਸੇ ਹੋਰ 'ਤੇ ਡਿਪੈਂਡ ਹੋਣਾ ਮੈਨੂੰ ਵਧੀਆ ਨਹੀਂ ਲੱਗਦਾ, ਟੂ ਬੀ ਵੈਰੀ ਓਨੈਸਟ। ਆਈ ਫੀਲ ਲਾਈਕ ਕਿ ਮਤਲਬ ਆਪ ਕਰ ਸਕਦੀ ਹਾਂ ਨਾ ਮੈਂ, ਸਿਰਫ ਉਸ ਕਰਕੇ ਮੈਂ ਇਹ ਖਰੀਦਿਆ ਹੋਇਆ। ਮੈਨੂੰ ਇੱਦਾਂ ਕੁਛ ਨਹੀਂ ਹੈ। ਰਹੀ ਗੱਲ ਕਵਰ ਦੀ, ਮੈਂ ਕਿਹਾ ਜਿਹੜੀ ਚੀਜ਼ ਮੈਨੂੰ ਪਸੰਦ ਹੋਗੀ ਮੈਂ ਉਹੀ ਲਾਵਾਂਗੀ ਨਾ। ਕੀ ਹੈਗੀ ਹੈ, ਦੂਜਿਆਂ ਨੂੰ ਦਿਖਾਉਣ ਵਾਸਤੇ ਨਹੀਂ ਮੈਂ ਕਵਰ ਲਾਉਂਦੀ, ਮੈਂ ਆਪਣੇ ਆਪ ਨੂੰ ਗੁੱਡ ਫੀਲ ਕਰਾਉਣ ਵਾਸਤੇ ਇਹ ਕਵਰ ਰੱਖਿਆ ਹੋਇਆ। ਸੋ ਬੇਸਿਕਲੀ ਤੁਹਾਨੂੰ ਦੇਖ ਕੇ ਕੀ ਲੱਗ ਰਿਹਾ, ਵਾਟ ਇਜ਼ ਦਿਸ? ਮੈਂ ਫਿਰ ਇੱਦਾਂ ਕਰ ਰਹੀ ਹਾਂ ਜਿਵੇਂ ਮੈਂ ਇੰਟਰਵਿਊ। ਜੇ ਕੋਈ ਸਵਾਲ ਹੈ ਪੁੱਛ ਸਕਦੇ ਹੋ। ਹਾਂ, ਮੈਂ ਪੁੱਛ ਰਹੀ ਹਾਂ ਤੁਹਾਨੂੰ ਦੇਖ ਕੇ ਲਾਈਕ ਕੀ ਲੱਗ ਰਿਹਾ। ਯਾਰ ਮੈਨੂੰ ਇਹਦੇ 'ਚ ਜੋ ਤਸਵੀਰ 'ਚ ਨਜ਼ਰ ਆ ਰਿਹਾ, ਇਹ ਕੋਈ ਮਹਿਲਾ ਹੈ ਔਰ ਉਹ ਬੜੀ ਖੁਸ਼ ਹੈ। ਉਹਨੇ ਸਿਰ 'ਤੇ ਕਹਿ ਲਓ ਕਿ ਇੱਕ ਲਾਲ ਦੁਪੱਟਾ ਬੰਨਿਆ ਹੋਇਆ, ਔਰ ਸ਼ੀ ਇਜ਼ ਹੈਪੀ। ਇਹਨੂੰ ਵੇਖ ਕੇ ਐਂ ਲੱਗਦਾ ਹੈਗਾ ਕਿ ਯਾਰ ਜ਼ਿੰਦਗੀ ਇਹੀ ਇੱਦਾਂ ਹੀ ਰਹਿਣਾ ਚਾਹੀਦਾ ਬੰਦੇ ਨੂੰ, ਹੈ ਨਾ। ਔਰ ਉਹਦੇ ਉੱਪਰ ਕੁਛ ਲਿਖਿਆ ਵੀ, ਬਟ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ ਇਸ ਟਾਈਮ। ਕਾਫੀ ਮਾਈ ਹੇ ਕਿਊਟੀ, ਯੂ ਆਰ ਦ ਕਿਊਟੈਸਟ। The way you said it in a very cute way. ठीक है, so you were like कितने ना कितने सही, मतलब कितने ना कितने बोल. So this औरत is me. This औरत is me, and this is a kind of a moment जो मेरे दिल ਦੇ ਬਹੁਤ ਜ਼ਿਆਦਾ ਕਰੀਬ ਹੈ। whenever I see this thing I feel like ਮੈਂ ਦੁਬਾਰਾ ਉਸ ਜਰਨੀ 'ਚ ਚਲੀ ਗਈ ਹਾਂ। ਇਹ ਮੇਰਾ ਟ੍ਰਿਪ ਸੀਗਾ ਕੁਰੂਕਸ਼ੇਤਰ ਦਾ,
ਕੁਰੂਕਸ਼ੇਤਰ। ਹਾਂਜੀ, ਤੇ ਮੈਂ ਉਧਰ ਵਾਪਸ ਆ ਰਹੀ ਸੀ। ਤੁਹਾਡੀ ਜ਼ਿੰਦਗੀ 'ਚ ਮਹਾਭਾਰਤ ਕਿੰਨੀ ਹੈ। ਯਾਰ 10ਵੇਂ 'ਚ ਕ੍ਰਿਸ਼ਨ ਭਗਵਾਨ, ਫਿਰ ਗ੍ਰੰਥ ਹੱਥ ਲੱਗ ਗਿਆ ਜਿਹੜਾ ਘਰੇ ਪਿਆ ਸੀ, ਫਿਰ ਕੁਰੂਕਸ਼ੇਤਰ ਆ ਗਿਆ। ਹੈਗੀਆਂ ਮੈਂ ਕੀ ਕਰਾਂ, ਮਤਲਬ ਲਵੀ ਡਵੀ ਉਹਨਾਂ ਦੀ ਤਾਂ ਉਹ ਮੇਰਾ ਇਰਦ ਗਿਰਦ ਹੀ ਰਹਿੰਦੇ ਨੇ। ਤੇ ਹਾਂ, ਇਹ ਮੇਰਾ ਮਤਲਬ ਉਸ ਜਰਨੀ ਦਾ ਮੋਮੈਂਟ ਹੈ। ਆਈ ਵਾਜ਼ ਵੈਰੀ ਹੈਪੀ ਐਟ ਦੈਟ ਟਾਈਮ। ਅਤੇ ਮੇਰੀ ਨਾ ਆਦਤ ਹੈ ਠੰਡ ਦੇ ਟਾਈਮ ਨਾ ਮੈਂ ਟੋਪੀ ਪਾਉਣਾ ਇੰਨਾ ਪ੍ਰੈਫਰ ਨਹੀਂ ਕਰਦੀ, ਮੈਂ ਨਾ ਸਕਾਰਫ ਬੰਨਦੀ ਹਾਂ। ਸਹੀ ਹੈ। ਮੈਨੂੰ ਸਕਾਰਫ ਸਰ 'ਤੇ ਬੰਨਣਾ ਮੈਨੂੰ ਬਹੁਤ ਪਸੰਦ ਹੈ, ਰਾਈਟ। ਅਤੇ ਮੈਂ ਉਹੀ ਕਰ ਰਹੀ ਸੀ, ਮਤਲਬ ਮੈਂ ਆਪਣਾ ਪੂਰੇ ਜਿੱਦਾਂ ਦੀ ਮੈਂ ਹੈਗੀ ਹਾਂ ਉੱਦਾਂ ਦਾ ਬਣ ਕੇ ਮੈਂ ਇੱਥੇ ਬੈਠੀ ਹੋਈ ਹਾਂ। ਅਤੇ ਮੇਰਾ ਯੈਲੋ ਕਲਰ ਫੇਵਰੇਟ ਆ, ਉਹ ਵੀ ਹੈ ਪਿੱਛੇ ਬੈਕਗਰਾਊਂਡ 'ਚ, ਰਾਈਟ। ਵੈਨੇਵਰ ਆਈ ਸੀ ਦਿਸ ਫੋਟੋ 'ਚ ਤੁਸੀਂ ਲੱਗਦੇ ਨਹੀਂ ਯਾਰ। ਹਾਂ, ਉਸ ਟਾਈਮ ਆਫ ਕੋਰਸ ਮੈਂ ਇੱਦਾਂ ਕਰਕੇ ਤਾਂ ਤੁਹਾਨੂੰ ਨਹੀਂ ਦਿਸਾਂਗੀ ਨਾ, ਆਫ ਕੋਰਸ ਐਕਸਪ੍ਰੈਸ਼ਨਸ ਵੀ ਚੇਂਜ ਹੋਣਗੇ। ਦੂਜੀ ਚੀਜ਼, ਪਟਕਾ ਕੋਈ ਮੇਰੇ ਮਾਈਂਡ 'ਚ ਮਤਲਬ ਜੇ ਤੁਸੀਂ ਦੇਖ ਰਹੇ ਹੋ ਮੈਨੂੰ, ਕੋਈ ਵੀ ਇਮੈਜਿਨ ਨਹੀਂ ਕਰੂਗਾ ਮੈਨੂੰ ਇੰਝ। ਅਤੇ ਜਿਹੜੇ ਬਾਲਾਂ ਦਾ ਕਲਰ ਹੈ ਉਹ ਹਾਈਲਾਈਟ ਹੋ ਰੱਖਿਆ ਬਹੁਤ ਜ਼ਿਆਦਾ, ਇਸ ਕਰਕੇ ਥੋੜ੍ਹੀ ਜਿਹੀ ਉਹ ਜਿਹੜੀ ਔਰਤ ਹੈ ਉਹ ਫੋਰਨਰ ਲੱਗ ਰਹੀ ਹੈ। ਇਹ ਮੈਨੂੰ ਲੱਗਦਾ ਟਰੈਂਡ ਨਾ ਬਣ ਜੇ, ਇਸ ਤੋਂ ਬਾਅਦ ਲੋਕਾਂ ਨੇ ਆਪਣੀਆਂ ਫੋਟੋਆਂ ਲਾਉਣੀਆਂ ਲੱਗ ਪਈਆਂ। ਮਤਲਬ ਇਹ ਇਸ ਕਰਕੇ ਲਾਇਆ ਹੋਇਆ ਜਸਟ ਟੂ ਮੇਕ ਮੀ ਫੀਲ ਅਵੇਕਨ ਐਟ ਐਵਰੀ ਮੋਮੈਂਟ ਕਿ ਲਿਵ ਯੋਰ ਲਾਈਫ। ਕੁਛ ਨਹੀਂ ਹੈ, ਇੱਕ ਪਲ ਦਾ ਮੋਮੈਂਟ ਹੈ। ਜੇ ਤੈਨੂੰ ਫੀਲ ਹੋ ਰਿਹਾ ਕਿ ਦਿਸ ਸਿਚੁਏਸ਼ਨ ਇਜ਼ ਵੈਰੀ अपसेट वाली, कुछ समय का पल है, ये भी गुजर जाएगा, वो वाला सीन। सो जस्ट बी लाइक गुजी कोई गल नहीं, हो जाऊगा ये भी सही, वैसे वाला सीन। तो रही गल ए ही क्यूटी यू आर द क्यूटेस्ट, ये मैं आप नहीं लिखिया, दिस इज़ अ होल लेटर। अच्छा, ये लेटर है। अच्छा, ਇਹਦੇ ਅੰਦਰ ਹੋਰ ਵੀ ਲੈਟਰਸ ਨੇ ਜਿਹੜੇ ਮੇਰੇ ਡੀਅਰ ਵਨਸ ਨੇ ਮੈਨੂੰ ਦਿੱਤੇ ਹੋਏ ਨੇ। ਅੱਛਾ, ਤੇ ਇਹ ਸਿਰਫ ਇੰਨਾ ਹੀ ਦਿਸ ਰਿਹਾ। ਸਹੀ ਕਹਿੰਦੇ ਨਾ, never judge a book by its cover, so never judge my phone by its cover, it's like that. So yeah, ਮੈਨੂੰ ਹਮੇਸ਼ਾ ਮਤਲਬ ਇੱਕ ਗੁੱਡ ਵਾਈਬ ਦਿੰਦੀ ਹੈ ਇਹ ਚੀਜ਼, ਇਸ ਕਰਕੇ ਮੈਂ ਰੱਖੀ ਹੋਈ ਹੈ। ਇਹ ਵੀ ਸਹੀ ਹੈ। ਅੱਛਾ, ਤੁਸੀਂ ਨਾ ਇੱਕ ਚੀਜ਼ ਕਹੀ ਕਿ ਮੈਂ ਆਪਣਾ ਸੋਸ਼ਲ ਮੀਡੀਆ ਹੈਂਡਲ ਆਪਣੇ ਤਰੀਕੇ ਦੇ ਨਾਲ ਆਪਣੇ ਆਪ ਸਮੇਟ ਕੇ ਰੱਖਦੀ ਹਾਂ, ਮੈਨੂੰ ਕੀ ਸਹੀ ਲੱਗਦਾ ਹੈ ਮੈਂ ਆਪ ਉਹਨੂੰ ਰਿਕਾਰਡ ਕਰਦੀ ਹਾਂ, ਐਡਿਟ ਕਰਦੀ ਹਾਂ, ਅਪਲੋਡ ਕਰਦੀ ਹਾਂ, ਹੈ ਨਾ। ਬਟ ਤੁਹਾਨੂੰ ਲੱਗਦਾ ਵੈਸੇ ਸਕੂਲ ਆਫ ਥਾਟਸ ਹੈ ਮੇਰਾ ਸਵਾਲ ਜਿਹੜਾ ਹੈਗਾ, ਤੁਸੀਂ ਜਿਸ ਤਰੀਕੇ ਨਾਲ ਵੀ ਜੋ ਬਹੁਤ ਸਾਰਾ ਅੱਜ ਕੱਲ੍ਹ ਜੇ ਸੋਸ਼ਲ ਮੀਡੀਆ 'ਤੇ ਦੇਖਿਆ ਜਾਵੇ ਤਾਂ ਲੋਕ ਕਹਿੰਦੇ ਹੈਗੇ ਜਸਟ ਟੂ ਕੈਚ ਫੋਲੋਅਰਸ, ਮੁੰਡੇ ਜਾਂ ਕੁੜੀਆਂ ਕੁਛ ਵੀ ਕਰਦੇ ਆ। ਹਾਂਜੀ, ਔਰ ਹੱਦ ਹੋਣੀ ਬੜੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਨਾ, ਇੱਕ ਬਾਊਂਡਰੀ ਲਾਈਨ, ਲਿਮਿਟ ਹੋਣੀ ਜ਼ਰੂਰੀ ਹੈ। ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਸਭ ਕੁਛ ਹੀ ਹੋ ਰਿਹਾ ਹੁਣ ਤਾਂ? ਹਾਂਜੀ, ਸੀ ਜਿਹੜਾ ਬੰਦਾ ਆਪਣਾ ਕੰਟੈਂਟ ਆਪਣੇ ਇੰਸਟਾਗ੍ਰਾਮ 'ਤੇ ਡਾਲ ਰਿਹਾ ਜਾਂ ਫਿਰ ਕਿਸੇ ਵੀ ਸੋਸ਼ਲ ਮੀਡੀਆ 'ਤੇ ਡਾਲ ਰਿਹਾ, ਜਾਂ ਜਿੱਦਾਂ ਦੇ ਵੀ ਉਹ ਗੱਲ ਸ਼ੇਅਰ ਕਰ ਰਹੇ ਹਨ ਲੋਕਾਂ ਨਾਲ, ਜਾਂ ਕੁਛ ਵੀ ਹੈ ਇਨ ਜਨਰਲ ਐਜ਼ ਵੈਲ, ਵਟ ਆਈ ਫੀਲ ਲਾਈਕ ਨਥਿੰਗ ਇਜ਼ ਰੋਂਗ, ਨਥਿੰਗ ਇਜ਼ ਰਾਈਟ, ਇਟਸ ਆਲ ਦ ਮੈਟਰ ਆਫ ਨੌਲੇਜ, ਹੈ ਨਾ। ਠੀਕ ਹੈ, ਜਿੰਨੀ ਕਰ ਨੌਲੇਜ ਹੋਏਗੀ ਬੰਦੇ ਕੋਲ, ਓਨਾ ਹੀ ਉਹ ਉਸ ਚੀਜ਼ ਨੂੰ ਰੱਖੂਗਾ। ਸਹੀ ਹੈ, ਇੱਥੇ ਇਹ ਖਤਮ ਕਰਦੇ ਹਾਂ, ਇਹ ਸਫੀਸ਼ੀਐਂਟ ਆਨਸਰ। ਮੈਂ ਨਹੀਂ ਚਾਹੁੰਦਾ ਇਹ 'ਚ ਮੈਂ ਹੋਰ ਇੰਡਲਜ ਹੋਵਾਂ, ਅਤੇ ਕਿਉਂਕਿ ਤੁਸੀਂ ਨਵੇੜਤਾ ਤੁਸੀਂ ਪ੍ਰਿਸਕ੍ਰਾਈਬਡ ਸੀ ਚੀਜ਼ ਮੈਂ ਰੱਖੀ ਹੈ, ਨਵੇੜਤਾ। ਜਿਹਨੂੰ ਗਿਆਨ ਹੈ ਉਹਨੇ ਕੀ ਗੱਲ ਕਰਨੀ ਹੈ, ਜ਼ਾਹਿਰ ਸੀ ਗੱਲ ਹੈ। ਹਾਂ, ਅੱਛਾ, ਓਸ਼ੋ। ਹਾਂਜੀ, ਓਸ਼ੋ ਨੂੰ ਕਦੋਂ ਤੁਸੀਂ ਪੜ੍ਹਨਾ ਸ਼ੁਰੂ ਕੀਤਾ, ਜਾਂ ਓਸ਼ੋ ਕਦੋਂ ਦਾਖਲ ਹੋਏ ਤੁਹਾਡੀ ਜ਼ਿੰਦਗੀ ਦੇ ਵਿੱਚ? ਔਰ ਓਸ਼ੋ ਨੇ, ਕਿਉਂਕਿ ਜਦੋਂ ਮੈਂ ਉਹਨਾਂ ਦੇ ਥੋਟਸ ਸੁਣਦਾ ਕਈ ਥਾਵਾਂ 'ਤੇ ਜਾ ਕੇ, ਉਹ ਬੰਦੇ ਨੂੰ ਹਿਲਾ ਦਿੰਦੇ ਆ, ਹੈ ਨਾ, ਹਿਲਾ ਦਿੰਦੇ ਬੰਦੇ ਨੂੰ। ਉੱਥੇ ਯਾਰ ਉਹ ਇਹ ਗੱਲ ਕਹਿ ਰਹੇ ਸੀ, ਇੱਧਰ ਇਹ ਗੱਲ ਕਹਿ ਰਹੀ ਹੈ, ਅਤੇ ਨਾ ਫਿਰ ਤੁਹਾਨੂੰ ਆਪਣੀ ਲਾਈਨ ਲੱਭਣੀ ਪੈਂਦੀ ਵਿੱਚ ਕਿ ਤੁਹਾਨੂੰ ਕੀ ਸਹੀ ਚਾਹੀਦਾ। ਓਸ਼ੋ ਕਿਵੇਂ ਨਜ਼ਰ ਆਏ ਤੁਹਾਨੂੰ, ਔਰ ਅੱਜ ਵੀ ਪੜ੍ਹ ਰਹੇ ਹੋ, ਕੀ ਪੜ੍ਹਿਆ ਉਹਨਾਂ ਦਾ? ਸੀ ਟੂ ਬੀ ਓਨੈਸਟ, ਮੈਂ ਜਿੰਨੀਆਂ ਵੀ ਇੱਦਾਂ ਦੀ ਬੁੱਕਸ ਪੜ੍ਹਦੀ ਹਾਂ ਸਪਿਰਿਚੁਅਲਿਟੀ ਬੇਸਡ, ਵੈਦਰ ਇਟਸ ਓਸ਼ੋ, ਵੈਦਰ ਇਟਸ ਐਨੀ ਅਦਰ ਬੁੱਕ, ਮੈਂ ਕਦੇ ਵੀ ਇੰਝ ਨਹੀਂ ਪੜ੍ਹਦੀ ਕਿ ਮੈਂ ਉਸ ਚੀਜ਼ ਨੂੰ ਮੈਂ ਪੜ੍ਹਿਆ ਅਤੇ ਹਾਂ ਇਹੀ ਹੈ। ਇਹ ਵੀ ਸਹੀ ਆ। ਮੈਂ ਉਹਨੂੰ ਇੰਝ ਪੜ੍ਹਦੀ ਹਾਂ ਕਿ ਹਾਂ ਦਿਸ ਇਜ਼ ਰਿਲੇਟੇਬਲ ਬਿਕਾਜ਼ ਆਈ ਹੈਵ ਫੈਲਟ ਇਟ, ਨਾ ਮੈਂ ਉਹ ਬਣਨ ਦੀ ਕੋਸ਼ਿਸ਼ ਕਰਦੀ ਹਾਂ, ਕਿਉਂਕਿ ਉਹ ਚੀਜ਼
बनावटी हो जूगी। वो चीज़ मैं फिर आप नहीं फील की, मैं जानबूझ के फील कराउण ਦੀ ਕੋਸ਼ਿਸ਼ ਕਰ ਰਹੀ ਹਾਂ। ਤੇ ਜਦ ਤੁਸੀਂ ਓਸ਼ੋ ਦੀ ਬੁੱਕ ਪੜ੍ਹ ਰਹੇ ਹੋ ਉਸ ਟਾਈਮ ਇਸ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਵੁੱਡ ਸੇ ਸੋ ਅੰਟਿਲ ਯੂ ਡਾਈ ਮੈਂ ਰੀਡ ਕੀਤੀ ਹੈ, ਐਂਡ ਦ ਪਾਵਰ ਆਫ ਲਵ। Power of Love. It's very beautiful, very beautiful. Anything you want to share from that book? The power of love. It's all about energy. समझाओ। See, how you treat your partner, right? ਉਹ ਚੀਜ਼ ਬਹੁਤ ਮੈਟਰ ਕਰਦੀ ਹੈ ਤੁਹਾਡੇ ਰਿਲੇਸ਼ਨਸ਼ਿਪ 'ਚ, ਹੈ ਨਾ। ਜੇ ਤੁਸੀਂ ਆਪਣਾ ਇੱਕ ਮੋਮੈਂਟ ਵੀ ਕ੍ਰੀਏਟ ਕਰ ਰਹੇ ਹੋ, ਤੁਸੀਂ ਕਿਸ ਤਰੀਕੇ ਨਾਲ ਕਰ ਰਹੇ ਹੋ, ਉਹ ਚੀਜ਼ ਵੀ ਬਹੁਤ ਮੈਟਰ ਕਰਦੀ ਹੈ। ਕਿਤੇ ਨਾ ਕਿਤੇ ਨਹੀਂ ਹੈ, ਆਫ ਕੋਰਸ ਮੈਟਰ ਕਰਦੀ ਹੈ। ਜਿੰਨੀ ਕਰ ਮੈਂ ਉਸ ਬੁੱਕ ਨੂੰ ਸਮਝ ਪਾਈ, ਜਿੰਨਾ ਤੁਸੀਂ ਟਰਾਂਸਪੇਰੈਂਟ ਰਹੋਗੇ, ਜਿੰਨੀ ਪਿਓਰਿਟੀ ਰੱਖੋਗੇ, ਟਰਾਂਸਪੇਰੈਂਟ ਤੋਂ ਕੀ ਮਤਲਬ ਹੈ ਤੁਹਾਡਾ? ਟਰਾਂਸਪੇਰੈਂਟ ਇਨ ਦ ਸੈਂਸ ਤੁਹਾਨੂੰ ਕੁਝ ਬਣਨ ਦੀ ਜ਼ਰੂਰਤ ਨਹੀਂ ਹੈ, ਕੁਝ ਲੁਕਾਉਣ ਦੀ ਜ਼ਰੂਰਤ ਨਹੀਂ ਹੈ। ਹਾਂ, ਸਮਵੇਅਰ ਆਈ ਫੀਲ। ਲੋਕੀ ਕਹਿੰਦੇ ਨਜ਼ਰ ਪੱਥਰ ਪਾੜ ਦਿੰਦੀ ਹੈ, ਜੇ ਤੁਸੀਂ ਲੁਕਾਓਗੇ ਨਹੀਂ ਤੇ ਲੋਕਾਂ ਦੀਆਂ ਨਜ਼ਰਾਂ ਖਾ ਜਾਣਗੀਆਂ ਤੁਹਾਨੂੰ। ਯਾਰ ਫਿਰ ਤਾਂ ਇਹ ਕਹਿ ਲਓ ਕਿ ਤੁਸੀਂ ਆਪਣੀ એનર્ਜੀ ਤੇ ਡਾਊਟ ਕਰ ਰਹੇ ਹੋ। ਹਾਂ, ਇਹ ਵੀ ਗੱਲ ਸਹੀ ਹੈ। ਫਿਰ ਤੁਸੀਂ ਉੱਥੇ ਤੁਹਾਡੀ ਉੱਥੇ ਵੀ ਇੱਕ ਚਲਦੀ ਪਈ, ਤੇ ਉੱਥੇ ਫੇਥ ਕਿੰਨਾ ਤੁਹਾਡਾ? ਉਹੀ ਨੇ ਵਾਟ ਆਈ ਫੀਲ ਲਾਈਕ, ਉਹੀ ਨੇ, ਰਾਈਟ। ਕਿ ਜੇ ਤੁਹਾਡੀ ਉੱਥੇ ਲੱਗਣ ਲੱਗੀ, ਉੱਥੇ ਫੇਥ ਹੈਗਾ ਉੱਪਰ ਵਾਲੇ ਤੇ, ਫਿਰ ਤੁਸੀਂ ਗੱਲ ਕਰਤੀ ਤੇ ਫਿਰ ਤੁਹਾਨੂੰ ਪਰਵਾਹ ਨਹੀਂ ਹੋਣੀ ਚਾਹੀਦੀ ਕਿ ਸਾਹਮਣੇ ਵਾਲੇ ਦੀ ਨਜ਼ਰ ਖਾ ਜਾਏਗੀ, ਕੋਈ ਟੋਆ ਪੁੱਟ ਜਾਏਗਾ ਆ ਕੇ, ਕੋਈ ਤੁਹਾਡਾ ਰਾਹ ਰੋਕ ਜਾਏਗਾ। ਨਹੀਂ, ਮੈਂ ਉਹੀ ਚੀਜ਼ ਮੰਨਦੀ ਹਾਂ ਕਿ ਆਪਣਾ ਇੱਕ ਇੱਦਾਂ ਦਾ ਔਰਾ ਬਣਾ ਲਓ ਨਾ ਕਿ ਨੈਗੇਟਿਵਿਟੀ ਤੁਹਾਡੇ ਉੱਤੇ ਮਤਲਬ ਸ਼ੀਲਡ ਤਿਆਰ ਕਰ ਲਓ। ਐਗਜ਼ੈਕਟਲੀ, ਬੀ ਦੈਟ ਪਾਵਰ, ਦੈਟ ਕੋਈ ਹੋਰ ਪਾਵਰ ਤੁਹਾਡੇ ਤੇ ਓਵਰ ਪਾਵਰ ਹੋਣ ਦੀ ਕੋਸ਼ਿਸ਼ ਨਾ ਕਰੇ। ਕੀ ਗੱਲ ਕਹਿਤੀ ਮੈਂ, ਓ ਸ਼ਿਟ। ਕਦੀ ਹੋ ਜਾਂਦਾ ਚੱਲ ਗਿਆ ਯਾਰ, ਗੱਲ ਕਰਕੇ ਮਜ਼ਾ ਹੈ ਨਾ। ਮੈਨੂੰ ਵੀ ਵਧੀਆ ਲੱਗਿਆ। ਗੁੱਡੀ ਕੁਝ ਪੁੱਛਣਾ ਸਰ ਜੀ? ਤੁਹਾਨੂੰ ਯਾਸਮੀਨ ਨਾਲ ਗੱਲ ਕਰਕੇ ਕਿੱਦਾਂ ਦਾ ਲੱਗਿਆ? ਮੈਨੂੰ ਯਾਸਮੀਨ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ। ਜਿਹੜੇ ਸਾਡੀ ਇੰਟਰਵਿਊ ਸੁਣਨਗੇ ਉਹਨਾਂ ਨੂੰ ਵੀ ਚੰਗਾ ਲੱਗੇਗਾ, ਕਿਉਂਕਿ ਇਹ ਗੱਲਾਂ ਬਹੁਤ ਰੇਅਰ ਹੁੰਦੀਆਂ ਨੇ ਔਰ ਭਟਕਣ ਬਹੁਤ ਹੈ। ਹਾਂਜੀ, ਸਾਰੇ ਹੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰਸਤੇ ਦੇ ਉੱਤੇ ਭਟਕੇ ਹੋਏ ਆ। ਹਾਂਜੀ, ਕੁਛ ਨਾ ਕੁਛ ਕੈਚ ਕਰ ਲੈਣਗੇ, ਕੁਛ ਨਾ ਕੁਛ ਉਹਨਾਂ ਨੂੰ ਰੈਲੀਵੈਂਟ ਮਿਲ ਜਾਏਗਾ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਮਝ ਆ ਜਾਏਗੀ ਕਿ ਜ਼ਿੰਦਗੀ ਨੂੰ ਜਿਸ ਤਰੀਕੇ ਨਾਲ ਤੁਸੀਂ ਸੋਚਦੇ ਹੋ, ਜ਼ਿੰਦਗੀ ਉਸ ਤੋਂ ਹੋਰ ਕਿਤੇ ਜਾ ਕੇ ਬਿਹਤਰੀਨ ਹੈਗੀ ਹੈ। ਐਗਜ਼ੈਕਟਲੀ। ਇੱਕ ਲਾਈਨ ਹੈ, खुद को दूसरों में देखकर मैं को पाना। खुद को दूसरों में देखकर मैं को पाना बहुत ही मुश्किल काम है, लेकिन जीना इसी का नाम है। ਆਏ ਉਧਰ ਹੱਥ ਖੜੇ ਹੋ ਗਏ ਕੈਮਰਾਮੈਨ ਸਾਹਿਬ ਦੇ। This is the thing, this is life। ਜੇ ਤੁਸੀਂ ਆਪਣੇ ਆਪ ਨੂੰ ਕਿਸੇ ਹੋਰ ਅੰਦਰ ਦੇਖਣਾ ਸ਼ੁਰੂ ਕਰ ਦੋਗੇ, ਦੈਟ ਮੀਨਸ ਤੁਹਾਡੀ એનર્ਜੀ ਮੈਚ ਹੋ ਗਈ ਹੈ। ਉਹ ਪਿਓਰਨੈਸ ਉਹ ਅਗਲੇ ਵਾਲੇ ਬੰਦੇ ਨੇ ਫੜ ਲਈ ਹੈ। ਜੇ ਬੰਦਾ ਨੈਗੇਟਿਵ ਵੀ ਹੈ, ਕਹਿੰਦਾ ਨਾ ਕਿ ਅਗਲਾ ਬੰਦਾ ਕਿ ਬਈ ਬੰਦਾ ਵਧੀਆ ਨਹੀਂ ਹੈ, ਇਹਦੇ ਨਾਲ ਗੱਲ ਨਾ ਕਰ। ਮੈਂ ਕਿਹਾ ਹੈ ਇਹਦਾ ਕਿੱਦਾਂ ਪ੍ਰੋ, ਤੂੰ ਮੈਨੂੰ ਨਹੀਂ ਜਾਣਦਾ। ਉਹ ਥੋੜੀ ਦੇਰ ਬਾਅਦ ਉਹ ਵੀ ਬੰਦਾ ਨਿਊਟਰਲ ਹੋ ਜਾਂਦਾ ਹੈ। ਠੀਕ ਹੈ। ਵਾਟ ਆਈ ਫੀਲ ਲਾਈਕ, ਜਿੱਦਾਂ ਤਾਂ ਤੁਸੀਂ ਹੋ, ਤੁਹਾਨੂੰ ਦੁਨੀਆ ਉਂਝ ਹੀ ਦਿਸੂਗੀ। ਸਹੀ ਹੈ। ਸਮਾਪਤੀ। ਓ ਯਸ। ਸ਼ਾਂਤੀ ਹੋ ਗਈ ਅੰਦਰ ਤੱਕ, ਸ਼ਾਂਤੀ ਬੈਠ ਗਈ ਹੈ, ਹੁਣ ਮੇਰੇ ਤੋਂ ਗੱਲ ਨਹੀਂ ਹੋ ਰਹੀ। ਚੰਗਾ ਦੋਸਤੋ, ਇੰਟਰਵਿਊ ਸੁਣੋ, ਚੰਗੀ ਤਰ੍ਹਾਂ ਸੁਣੋ। ਅੱਗੇ ਕਮੈਂਟ ਸੈਕਸ਼ਨ ਦੇ ਵਿੱਚ ਲੋਕਾਂ ਨੂੰ ਟੈਗ ਜ਼ਰੂਰ ਕਰੋ ਅਤੇ ਦੱਸੋ ਕਿ ਹਾਂ ਵੀ ਯਾਸਮੀਨ ਯਾਸਮੀਨ। ਅੱਛਾ ਜੀ, ਇਹ ਤੁਸੀਂ ਐਕਟਿੰਗ ਵਾਲੇ ਪੇਸ਼ੇ 'ਚ ਨਾ ਆਉਂਦੇ ਤਾਂ ਕੀ ਕਰਦੇ? मैं रेडियो करती फिर। बोल के सुनाओ। मीठी मीठी चाय की चुस्की के साथ मैं आरजे यानी करती है अपने स्वागत, आपका स्वागत अपने शो पर, जिसका नाम है
यानी कि वानी दिल की जुबानी ओनली ऑन 94.3 माय एफएम पर। यहाँ पर हम बात करेंगे कुछ गॉसिप्स की और कुछ मीठी मीठी बातों की, तो हमारे साथ बने रहिए। वेरी नाइस, वेरी नाइस। मतलब ये मैंने अपने कॉलेज टाइम पे एक शो बनाने का सोचा था। उस टाइम मेरे को मतलब फुल आरजे यानी करना था। यास्मीन हाँ। यानी है ना? तो यानी का भी मतलब है हाँ, यास्मीन प्लस एनिमल्स। आई लव एनिमल्स, सो मैंने उसको यानी बना दिया था। ठीक है। हाँ, करी करी। ਚੰਗਾ ਫਿਰ ਦੋਸਤੋ, ਆਪਣੇ ਕਾਸਦ ਨੂੰ ਦਵੋ ਇਜਾਜ਼ਤ, ਲੰਕੇਸ਼ ਤ੍ਰਿਖਾ ਨੂੰ ਰੱਬ ਖੈਰ ਕਰੇ। ਜੀ ਬਾਏ ਬਾਏ। ਹਜ਼ਰਾਤ, ਮੈਂ ਤੁਹਾਡਾ ਆਪਣਾ ਕਾਸਦ ਲੰਕੇਸ਼ ਤ੍ਰਿਖਾ। ਸਾਡੀ ਟੀਮ ਬਹੁਤ ਮਿਹਨਤ ਕਰਦੀ ਹੈ ਤੁਹਾਡੇ ਲਈ ਰਿਸਰਚ, ਫੈਕਟਸ ਤੇ ਡੀਪ ਐਨਾਲਿਸਿਸ ਬੇਸਡ ਵੀਡੀਓ ਕੰਟੈਂਟ ਤਿਆਰ ਕਰਨ ਦੇ ਲਈ। ਬੜੀ ਖੁਸ਼ੀ ਦੀ ਗੱਲ ਹੋਏਗੀ ਜੇ ਤੁਸੀਂ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾ ਦਿਓ। ਤੇ ਜੇ ਇਹ ਵੀਡੀਓ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਜ਼ਰੂਰ ਸਾਡੇ ਪੇਜ ਨੂੰ ਲਾਈਕ ਕਰੋ ਤੇ ਫੋਲੋ ਕਰੋ। ਤੇ ਜੇ ਤੁਸੀਂ ਸਾਡੇ ਚੈਨਲ ਨੂੰ WhatsApp ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਆਪਣਾ WhatsApp ਖੋਲੋ, ਉੱਥੇ ਅਪਡੇਟਸ 'ਚ ਜਾਓ, ਸਾਡੇ ਚੈਨਲ ਐਡਰੈਸ ਇਟ ਨੂੰ ਉੱਥੇ ਸਰਚ ਕਰੋ ਤੇ ਸਾਡੇ ਚੈਨਲ ਨੂੰ ਉੱਥੇ ਤੁਸੀਂ ਐਡ ਔਨ ਕਰ ਸਕਦੇ ਹੋ।